ਅੱਜ ਅਸੀਂ ਮੌਜੂਦ ਹਾਂ ਬਾਈਬਲ ਕਲਾਂ ਗੋਲੀकांड 14 ਅਕਤੂਬਰ 2015। ਮੇਰੇ ਕੇਸ ਤੇ ਦੋਸ਼ੀ ਆਇਆ ਹੋਵੇ ਤੇ ਮੈਂ ਹੀ ਅਦਾਲਤ 'ਚ ਨਾ ਜਾਵਾਂ। ਇਹਦੇ ਉੱਤੇ ਹੋਰ ਮੇਰਾ ਧੱਕਾ ਕੀ ਹੋ ਸਕਦਾ? ਪਿਓ ਦਾ ਕਤਲ ਕੀਤਾ ਹੋਵੇ ਤੇ ਬੰਦਾ ਤੁਹਾਡੇ ਸਾਹਮਣੇ ਖੜਾ ਹੋਵੇ ਤੇ ਤੁਸੀਂ ਉਹਨੂੰ ਫਿਰ ਵੀ ਆਪਣੇ ਆਪ ਨੂੰ ਇੰਨਾ ਕੁ ਕੰਟਰੋਲ ਕਰਕੇ ਉੱਥੇ ਖੜੋ ਯਾਰ ਕੋਈ ਨਾ, ਜਿੱਥੇ ਖੜਾ ਹੈ ਕੋਰਟ 'ਚ ਖੜਾ ਹੈ, ਇੱਥੋਂ ਆਪਾਂ ਨੂੰ ਇਨਸਾਫ ਮਿਲੂਗਾ। ਜੇ ਉਹ ਦੋਸ਼ੀ ਨਹੀਂ ਸੀ, ਜੇ ਉਹਨਾਂ ਦਾ ਨਾਮ ਹੀ ਨਹੀਂ ਆਇਆ, ਤਾਂ ਦੂਜਿਆਂ ਦਾ ਬਾਹਰ ਆਉਣ ਤੇ ਜਾਂ ਜੀ ਕੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਖਾਰਜ ਹੋਣ ਤੇ ਉਹਨਾਂ ਨੂੰ ਜਸ਼ਨ ਕਿਉਂ ਮਨਾਉਣੇ ਪੈ ਰਹੇ ਆ? ਜੇ ਉਹਨਾਂ ਨੂੰ ਉਦੋਂ ਮੈਂ ਮਾਰ ਦਿੰਦਾ, ਅੱਜ ਨੂੰ ਮੈਂ ਵੀ ਜੇਲ੍ਹ 'ਚ ਬੈਠਾ ਹੁੰਦਾ, ਕੋਈ 10 15 20 50 ਮੇਰੇ ਤੇ ਕੇਸ ਚੱਲਦੇ ਹੁੰਦੇ, ਫਿਰ ਉਹੀ ਸਾਡੇ ਵਾਲੀਆਂ ਜਥੇਬੰਦੀਆਂ ਦਾ ਤਰੀਕਾਂ ਤੇ ਇਕੱਠ ਹੋਇਆ ਕਰਨਾ ਸੀ, ਜਕਾਰੇ ਲੱਗਿਆ ਕਰਨੇ ਸੀਗੇ ਵੀ ਇਹਨੇ ਇਹ ਕੰਮ ਕੀਤਾ, ਬਹੁਤ ਤਗੜਾ ਕੰਮ ਕੀਤਾ। ਅਕਸ਼ੇ ਕੁਮਾਰ ਦੀ ਮੀਟਿੰਗ ਕਿੱਥੇ ਹੁੰਦੀ ਆ, ਸਰਸਾ ਸਾਧ ਦੀ ਮੀਟਿੰਗ ਕਿੱਥੇ, ਕਿਹਦੇ ਨਾਲ ਕਿਵੇਂ ਹੁੰਦੀ ਆ, ਤੇ ਬਾਦਲ ਦੇ ਨਾਲ ਕਿੱਥੇ ਹੁੰਦੀ ਆ? ਜਿਹੜੀ ਰਿਪੋਰਟ ਆ ਨਾ, ਉਹ 9 ਚਲਾਨ ਆ ਅਦਾਲਤ ਦੇ ਵਿੱਚ ਪੇਸ਼ ਹੋ ਗਏ, ਤੇ 9 ਚਲਾਨਾਂ ਦੇ ਰੂਪ ਦੇ ਵਿੱਚ ਰਿਪੋਰਟ ਇੱਕ ਜਨਤਕ ਆ ਵੀ ਉਹਦਾ ਇੱਕ ਨਿੱਕਾ ਜਿਹਾ ਪਾਰਟ ਰਹਿੰਦਾ ਜਿਹੜਾ ਲਾਸਟ ਸੀਗਾ, ਜਿਹੜਾ ਇਹਨਾਂ ਨੇ ਆਉਣ ਤੋਂ ਪਹਿਲਾਂ ਰੋਕਤਾ। ਤੇ ਜਿਹੜੀ ਜਨਤਕ ਰਿਪੋਰਟ ਆ ਉਹਨੂੰ ਹੋਰ ਕਿੰਨੀ ਕੁ ਜਨਤਕ ਕੀਤਾ ਜਾਵੇ? ਮੇਰੇ ਬਾਪੂ ਦੀ ਜਦੋਂ ਸ਼ਹੀਦੀ ਹੁੰਦੀ ਆ ਤਾਂ ਇੱਥੇ ਸੀਗੇ, ਇੱਧਰ ਕਮਰਾ ਸੀਗਾ, ਇੱਥੇ ਗੁਰਜੀਤ ਵੀਰਾ ਸੀਗਾ। ਦੋਨਾਂ ਦੀ ਮਤਲਬ ਇੱਕੋ ਗੋਲੀ ਦੇ ਨਾਲ, ਜੇ ਆਪਾਂ ਕਹਿ ਦਈਏ ਵੀ ਇੱਕੋ ਪੁਲਿਸ ਵਾਲੇ ਦੀ ਗੋਲੀ ਦੇ ਨਾਲ ਜਿਹੜੀ ਮੌਤ ਹੁੰਦੀ ਆ ਇੱਥੇ, ਇਹਨਾਂ ਦੀ ਭਾਸ਼ਾ ਦੇ ਵਿੱਚ ਕਤਲ ਹੁੰਦਾ। ਇਹ ਮਨ ਨੂੰ ਫੀਲ ਹੁੰਦਾ ਯਾਰ ਬਈ ਮੈਂ ਇੰਨਾ ਕੁ ਨਕੰਮਾ ਹੋ ਗਿਆ ਵੀ ਮੇਰੇ ਬਾਪੂ ਦਾ ਸ਼ਰਮ ਕਤਲ ਹੋਇਆ ਹੋਵੇ, 150-200 ਗਵਾਹ ਹੋਵੇ ਤੇ ਕਤਲ ਹਜੇ ਵੀ ਬਾਹਰ ਫਿਰਦੇ ਹੋਣ। ਵਾਕਈ ਅੱਜ ਮੈਂ ਕਹਿਣ ਲਈ ਮਜਬੂਰ ਹੋ ਗਿਆ ਯਾਰ, ਲੋਕ ਵਾਕਈ ਸੱਚੇ ਸੀਗੇ ਜਿਹੜੇ ਕਹਿੰਦੇ ਸੀ ਨਾ ਜਾ। ਜੋ ਮੈਂ ਬਾਪ ਦਾ ਗਵਾਇਆ ਸੀਗਾ, ਤੇ ਮੈਂ ਆਪ ਦਾ ਜਿਹੜਾ ਆਰਥਿਕ ਤੇ ਨਿੱਜੀ ਵੀ ਆਪ ਦਾ ਨੁਕਸਾਨ ਕਰਾਇਆ, ਉਹ ਮੈਂ ਕਹਿ ਸਕਦਾ ਵੀ ਇਹਨਾਂ ਤੋਂ ਇਨਸਾਫ ਦੀ ਆਸ ਰੱਖ ਕੇ ਆਪ ਖੁਦ ਕੀਤਾ। ਅੱਗੇ ਸੁਖਰਾਜ ਸਿੰਘ ਕੀ ਕਰੂਗਾ? ਘਰੇ ਬੈਠੂ ਚੁੱਪ ਕਰਕੇ ਕਿ ਜੰਗ ਜਾਰੀ ਰੱਖੂ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ RMB ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਢਾਲੀਵਾਲ। ਅੱਜ ਅਸੀਂ ਮੌਜੂਦ ਹਾਂ ਬਾਈਬਲ ਕਲਾਂ ਗੋਲੀकांड 14 ਅਕਤੂਬਰ 2015। ਭਾਈ ਕ੍ਰਿਸ਼ਨ ਭਗਵਾਨ ਸਿੰਘ ਦੀ ਸ਼ਹੀਦੀ ਹੁੰਦੀ ਹੈ ਇੱਥੇ ਹੀ ਜਗ੍ਹਾ ਦੇ ਉੱਤੇ। ਇਹ ਜਗ੍ਹਾ ਵੀ ਅੱਜ ਦਿਖਾਵਾਂਗੇ। ਉਹਨਾਂ ਦੇ ਸੁਪੁੱਤਰ ਸਾਡੇ ਨਾਲ ਸੁਖਰਾਜ ਸਿੰਘ ਵੀ ਮੌਜੂਦ ਨੇ, ਜਿਨ੍ਹਾਂ ਦਾ ਇਸ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ SIT ਬਣਨ ਤੋਂ ਪਹਿਲਾਂ ਦੀ ਜੇ ਆਪਾਂ ਗੱਲ ਕਰਦੇ ਹਾਂ, SIT ਦੀ ਬਾਅਦ ਦੀ ਗੱਲ ਕਰਦੇ ਹਾਂ, ਜਾਂ ਹੁਣ ਜਿਹੜਾ ਮੌਜੂਦਾ ਸਮਾਂ ਚੱਲ ਰਿਹਾ, ਜਾਂ ਮੌਜੂਦਾ ਜਿੱਥੇ ਖਬਰ ਖੜੀ ਆ, ਜਾਂ ਇਹ ਸਾਰੀ ਗੱਲਬਾਤ ਖੜੀ ਆ, ਸਥਿਤੀ ਖੜੀ ਆ, ਉਹਦੇ ਵਿੱਚ ਵੀ ਅਹਿਮ ਯੋਗਦਾਨ ਰਿਹਾ। ਗੱਲਾਂ ਸਮਝਣ ਦੀਆਂ ਕੋਸ਼ਿਸ਼ ਕਰਾਂਗੇ, ਕਿਉਂਕਿ ਪੰਜਾਬ ਦੀ ਰਾਜਨੀਤੀ ਦੀ ਜੇ ਗੱਲ ਕਰਦੇ ਹਾਂ, 2017 ਦਾ ਇਲੈਕਸ਼ਨ ਹੁੰਦਾ ਗਾ, ਉਹਦੇ ਵਿੱਚ ਵੀ ਇਹ ਵੱਡਾ ਮੁੱਦਾ ਰਿਹਾ ਗਾ। ਪਰ ਜੇ ਹੁਣ ਗੱਲ ਕਰਦੇ ਹਾਂ 2022 ਦੀ, ਤੇ 2022 ਦੇ ਵਿੱਚ ਵੀ ਇਹ ਵੱਡਾ ਮੁੱਦਾ ਰਹਿਣ ਵਾਲਾ ਗਾ, ਕਿਉਂਕਿ ਕਿਤੇ ਕਾਂਗਰਸ ਪਾਰਟੀ ਨੇ ਵੱਡੇ ਵਾਅਦੇ ਕੀਤੇ ਸੀ ਇਸ ਚੀਜ਼ ਨੂੰ ਲੈ ਕੇ ਵੀ ਅਸੀਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸਿੱਟਾਂਗੇ। ਪਰ ਜਿਹੜੀਆਂ ਹੁਣ ਗੱਲਾਂ ਸਾਹਮਣੇ ਆਈਆਂ ਗੀਆਂ, ਕੁੰਵਰ ਵਿਜੇ ਪ੍ਰਤਾਪ ਨੂੰ ਲੈ ਕੇ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਗੀਆਂ, ਉਹਨਾਂ ਗੱਲਾਂ ਦੇ ਉੱਤੇ ਵੀ ਸੁਖਰਾਜ ਜੀ ਦੇ ਨਾਲ ਗੱਲਬਾਤ ਕਰਾਂਗੇ ਤੇ ਸਾਰੀ ਗੱਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੁਖਰਾਜ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਪਹਿਲਾਂ ਤਾਂ ਭਾਜੀ ਮੌਜੂਦਾ ਜਿਹੜਾ ਹੁਣ ਜਿੱਥੇ ਗੱਲ ਖੜੀ ਆ, SIT ਦੀ ਜਿਹੜੀ ਰਿਪੋਰਟ ਆ ਖਾਰਜ ਹੁੰਦੀ ਆ, ਆਪਾਂ ਇੱਥੋਂ ਹੀ ਗੱਲਬਾਤ ਸ਼ੁਰੂ ਕਰਾਂਗੇ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ, ਜਾਂ ਜਦੋਂ ਤੁਹਾਨੂੰ ਪਤਾ ਲੱਗਿਆ ਸੀ ਵੀ ਰਿਪੋਰਟ ਖਾਰਜ ਹੋ ਗਈ, ਕੀ ਸੋਚਿਆ, ਕੀ ਮਨ ਦੇ ਵਿੱਚ ਆਇਆ? ਦੇਖੋ ਬਾਈ, ਜਦੋਂ SIT ਦੀ ਇਹ ਰਿਪੋਰਟ ਕੋਟਕਪੂਰਾ ਗੋਲੀकांड ਤੇ ਜੱਜ ਵੱਲੋਂ ਜਿਹੜਾ ਫੈਸਲਾ ਖਾਰਜ ਕਰਨ ਦਾ ਆਇਆ, ਸੋ ਇੱਕ ਵਾਰ ਸੁਣ ਕੇ ਤਾਂ ਇਹ ਝਟਕਾ ਲੱਗਿਆ ਵੀ ਅੱਜ ਉਹੀ ਇਹਨਾਂ ਨੇ ਆਹ ਸਮੇਂ ਦੀ ਸਰਕਾਰ ਨੇ ਉਹ ਦਿਨ ਯਾਦ ਕਰਵਾਤਾ ਵੀ ਜਿਹੜਾ 2015 14 ਅਕਤੂਬਰ ਨੂੰ ਜੋ ਮੇਰੇ ਬਾਪੂ ਦੀ ਖਬਰ ਸੁਣ ਕੇ ਝਟਕਾ ਲੱਗਦਾ, ਜਿਵੇਂ ਉਸੇ ਤਰ੍ਹਾਂ ਹੀ ਵੀ ਇੱਕ ਬਹੁਤ ਹੀ ਤਨਦੇਹੀ ਨਾਲ ਉਹ ਚਾਹੇ IG ਕੰਵਰ ਵਿਜੇ ਪ੍ਰਤਾਪ ਹੋਣੀ, ਉਹਨਾਂ ਨੇ ਜਾਂਚ ਕੀਤੀ, ਉਹਨਾਂ ਦੀ ਟੀਮ ਨੇ ਜਾਂਚ ਕੀਤੀ, ਜਿੰਨਾ ਕੁ ਸਾਡੇ ਵੱਲੋਂ ਸਹਿਯੋਗ ਦਿੱਤਾ ਗਿਆ ਸੀ, ਸਹਿਯੋਗ ਦਿੱਤਾ ਨਾਲ ਜੀ। ਸੋ ਉਹਦੇ ਤੇ ਉਹ ਆਸਾਂ ਉਮੀਦਾਂ ਜਿਹੜੀਆਂ ਵੱਜੀਆਂ ਸੀ ਇਸ ਭਾਰਤੀ ਸਿਸਟਮ ਦੀ ਨਿਆਂ ਪ੍ਰਣਾਲੀ ਤੋਂ, ਉਹ ਆਸਾਂ ਉਮੀਦਾਂ ਤੇ ਪਾਣੀ ਫਿਰ ਗਿਆ ਇੱਕਦਮ। ਕਿ ਸਾਰੀ ਰਿਪੋਰਟ ਜਿਹੜੀ ਨਕਾਰਤੀ, ਖਾਰਜ ਕਰ ਦਿੱਤੀ, ਜ਼ੀਰੋ ਕਰ ਦਿੱਤੀ। ਸੋ ਉਹਦੇ ਲਈ ਕਾਰਨ ਮਨ 'ਚ ਸਵਾਲ ਬਹੁਤ ਆਏ ਵੀ ਜ਼ੀਰੋ ਕਰਨ ਦਾ ਕਾਰਨ। ਫਿਰ ਇੱਕ ਅੱਧੇ ਦਿਨ ਬਾਅਦ ਜਦੋਂ ਸਾਰਾ ਪਤਾ ਲੱਗਦਾ ਵੀ ਇਹ ਸਾਰੀ ਦੇਖ ਰੇਖ ਕਰਤਾ ਧਰਤਾ ਜਿਹੜੇ ਉਸ ਟਾਈਮ ਦੇ ਜਾਂ ਦੋਸ਼ੀ ਪਾਏ ਗਏ ਆ, ਜਾਂ ਉਸ ਟਾਈਮ ਸਮੇਂ ਦੀ ਸਰਕਾਰ ਸੀ ਜਿਨ੍ਹਾਂ ਦੀ ਦੇਖ ਰੇਖ ਹੇਠ ਇਹ ਕੰਮ ਹੋਏ ਆ, ਤੇ ਹੁਣ ਵਾਲੀ ਸਰਕਾਰ ਨੇ ਉਹਨਾਂ ਦਾ ਬਖੂਬੀ ਪੱਖ ਪੂਰਿਆ ਵੀ ਉਹਨਾਂ ਨੂੰ ਬਚਾਉਣ ਦੇ ਵਿੱਚ ਉਹ ਸਫਲ ਰਹੀ ਆ। ਵੀ ਇੱਕ
ਦੋ ਜਿਹੜੇ ਪਟੀਸ਼ਨ ਕਰਤਾ ਸੀਗੇ, ਇੱਕ ਰਿਸ਼ਪਾਲ ਸਿੰਘ ਹੌਲਦਾਰ ਹੋ ਗਿਆ, ਇੱਕ ਗੁਰਦੀਪ ਅੰਧੇਰ, ਇਹਨਾਂ ਦੀ ਪਟੀਸ਼ਨ ਤੇ ਸਾਰੀ ਰਿਪੋਰਟ ਹੀ ਖਾਰਜ ਕਰ ਦੇਣੀ। ਸੋ ਸਿੱਧਾ ਸਾਫ਼ ਸਪਸ਼ਟ ਹੋ ਗਿਆ ਵੀ ਇੱਥੋਂ ਦੀਆਂ ਨਿਆਂ ਪ੍ਰਣਾਲੀਆਂ ਜਿਹੜੀਆਂ ਉਹ ਦੋਸ਼ੀਆਂ ਦੇ ਹੱਥ 'ਚ ਜ਼ਿਆਦਾ ਚੱਲਦੀਆਂ, ਨਿਆਂ ਦੇਣ ਦੇ ਲਈ ਨਹੀਂ ਚੱਲਦੀਆਂ। 12-13 ਦਿਨ ਹੋ ਗਏ ਸਾਰਾ ਇਹ ਜਿਹੜਾ ਵੀ ਸਿਸਟਮ ਹੋਇਆਗਾ, ਤੁਹਾਨੂੰ ਕੀ ਲੱਗਦਾਗਾ ਵੀ ਤੁਸੀਂ ਸਰਕਾਰ ਨੂੰ ਵੀ ਕਹਿਤਾ, ਰਾਜਨੀਤਿਕ ਆਗੂ ਚਾਹੇ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਹੋਣ, ਚਾਹੇ ਉਹ ਅਕਾਲੀ ਹੋਣ ਚਾਹੇ ਉਹ ਕਾਂਗਰਸ ਹੋਣ, ਬੜੀਆਂ ਚੀਜ਼ਾਂ ਚੱਲਦੀਆਂ ਸੀ, ਪਰ ਕਿਤੇ ਨਾ ਕਿਤੇ ਉਮੀਦ ਸੀਗੀ ਜਦੋਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀਗਾ, ਉਹਦੇ ਬਾਰੇ ਕੀ ਖਿਆਲ ਆਉਂਦਾ, ਜਾਂ ਉੱਥੋਂ ਤੱਕ ਤੁਸੀਂ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ, ਕਦੇ ਪਰਸਨਲ ਲੈਵਲ ਤੇ ਗਏ ਹੋ ਜਾਂ ਕਦੇ ਇਸ ਮੁੱਦੇ ਨੂੰ ਲੈ ਕੇ ਤੁਸੀਂ ਕਿਸੇ ਵਕੀਲ ਦੇ ਰਾਹੀਂ ਗਏ ਹੋ ਜਾਂ ਕਿਤੇ ਹੋਰ ਅਫਸਰ ਦੇ ਰਾਹੀਂ ਗਏ ਹੋ? ਦੇਖੋ ਰਤਨ ਭਾਈ, ਮੈਂ ਗੱਲ ਕਰਾਂ ਨਾ ਜੇ ਇਹਨਾਂ ਸਾਰਿਆਂ ਦੇ ਪੋਲੀਟੀਸ਼ਨਾਂ ਦੀ, ਜੀ ਮੇਰਾ ਜਾਣਾ ਤਾਂ ਬਾਅਦ 'ਚ ਸੀ ਜੀ। ਇਹ ਵੋਟਾਂ ਲੈਣ ਲਈ ਇਸ ਮੁੱਦੇ ਦੇ ਲਈ ਆਪਣੇ ਕੋਲ ਵੀ ਪਹਿਲਾਂ ਆਏ ਆ। ਇਹ 2015 ਤੋਂ ਲੈ ਕੇ ਜਦੋਂ ਤੱਕ ਸਰਕਾਰ ਨਹੀਂ ਬਣਦੀ 17 ਤੱਕ ਜੀ, ਤਾਂ ਤਕਰੀਬਨ ਇਹ ਸਾਰੇ ਪੋਲੀਟੀਸ਼ੀਅਨ, ਉਹ ਕੋਈ ਵੀ ਪਾਰਟੀ ਦਾ ਹੋਵੇ, ਅਕਾਲੀ ਦਲ ਤੋਂ ਬਿਨਾਂ ਆਪਾਂ ਕਹਿੰਦੇ ਆ, ਕਿਉਂਕਿ ਉਹ ਦੋਸ਼ੀ ਸੀ, ਦਾਗੀ ਸੀਗੇ, ਪਰ ਅਕਾਲੀ ਦਲ ਵੀ 2 ਮਹੀਨਿਆਂ ਬਾਅਦ ਧੱਕੇਸ਼ਾਹੀ ਨਾਲ ਮੇਰੇ ਘਰੇ ਆ ਕੇ ਗਿਆ ਜੀ। ਪਰ ਇਹ ਸਰਕਾਰ ਬਣਨ ਤੋਂ ਪਹਿਲਾਂ, ਸੌਹਾਂ ਖਾਣ ਤੋਂ ਪਹਿਲਾਂ ਜਾਂ ਸੌਹਾਂ ਖਾਧੀਆਂ ਸਮੇਂ ਇਹਨਾਂ ਨੇ ਪੂਰੀ ਪਹੁੰਚ ਕੀਤੀ ਆ, ਪੂਰੇ ਕੋਲੇ ਆਇਆ, ਵਿਸ਼ਵਾਸ ਦਿਵਾਇਆ। ਮੈਨੂੰ ਇਕੱਲੇ ਨੂੰ ਨਹੀਂ, ਸਾਡੇ ਇਸ ਇਲਾਕੇ ਦੀਆਂ ਸੰਗਤਾਂ ਨੂੰ ਵੀ, ਆਪਣਾ ਬਗਰਾੜੀ ਹੋ ਗਿਆ, ਬਹਿਵਲ ਹੋ ਗਿਆ, ਕੋਟਕਪੂਰਾ ਹੋ ਗਿਆ, ਜਾਂ ਕਿਤੇ ਵੀ ਰੈਲੀ ਕਰਦੇ ਸੀ ਉਹ 'ਚ ਜ਼ਿਕਰ ਕਰਦੇ ਸੀ ਇਹ। ਤੇ ਜੇ ਆਪਾਂ ਗੱਲ ਕਰੀਏ, ਸਰਕਾਰ ਹੀ ਇਹਨਾਂ ਨੇ ਇਸ ਆਧਾਰ ਤੇ ਬਣਾਈ ਸੀ ਬਈ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਦੇਵਾਂਗੇ, ਜਿਹੜੇ ਨੇ ਗੋਲੀਆਂ ਚਲਾਈਆਂ ਉਹਨਾਂ ਨੂੰ ਜੇਲ੍ਹਾਂ 'ਚ, ਤੇ ਬੇਅਦਬੀ ਕਰਨ ਵਾਲੇ ਵੀ ਜੇਲ੍ਹਾਂ 'ਚ, ਉਹਨਾਂ ਨੂੰ ਸਜ਼ਾਵਾਂ ਦੇਵਾਂਗੇ। ਗੁਟਕਾ ਸਾਹਿਬ ਹੱਥ 'ਚ ਫੜ ਕੇ ਸੌਹਾਂ ਖਾਧੀਆਂ ਅੱਜ ਦੇ ਸੀਐਮ ਨੇ, ਪਰ ਉਹ ਆਪਾਂ ਦੇਖਿਆ ਸਾਰਿਆਂ ਦੇ ਸਾਹਮਣੇ ਵੀ ਕੱਲੀਆਂ ਗੱਲਾਂ ਹੀ ਰਹਿ ਗਈਆਂ। ਸਾਰੀਆਂ ਰਿਪੋਰਟਾਂ ਖਾਰਜ ਕਰਤੀਆਂ, ਦੋਸ਼ੀ ਬਾਹਰ ਆ। ਜਿਹੜੇ ਇਹਦੇ ਵਿੱਚ ਜੀ ਕੰਵਰ ਵਿਜੇ ਪ੍ਰਤਾਪ ਉਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਦੋਸ਼ੀ ਪਾਏ ਗਏ ਸੀ, ਉਹ ਜ਼ਮਾਨਤਾਂ ਲੈ ਕੇ ਬਾਹਰ ਆ ਗਏ ਆ। 302 ਦਾ ਕਿਸੇ ਨਾਰਮਲ ਬੰਦੇ ਤੇ ਪਰਚਾ ਹੋਵੇ, ਉਹਨੂੰ 2 ਸਾਲ ਉਹਦੀ ਜ਼ਮਾਨਤ ਨਹੀਂ ਲੱਗਦੀ। ਬਹਿਬਲ ਗੋਲੀਕਾਂਡ ਦੇ ਵਿੱਚ ਚਰਨਜੀਤ ਸ਼ਰਮਾ ਸੀ, ਜਾਂ ਉਹਦੇ ਨਾਲ ਹੋਰ ਸੀਗੇ, ਉਮਰਾ ਨੰਗਲ ਹੋ ਗਿਆ IG, ਇਹਨਾਂ ਨੂੰ ਬਕਾਇਦਾ ਗ੍ਰਿਫਤਾਰ ਕੀਤਾ ਜਾਂਦਾ, ਰਿਮਾਂਡ ਤੇ ਰਹਿੰਦੇ ਆ ਥੋੜ੍ਹੇ ਸਮਾਂ, ਉਸ ਤੋਂ ਬਾਅਦ ਜੇਲ੍ਹ ਜਾਂਦੇ ਆ, ਤਾਂ 2-2 ਮਹੀਨਿਆਂ ਬਾਅਦ ਇਹ ਜਿਹੜੀਆਂ ਜ਼ਮਾਨਤਾਂ ਲਾ ਕੇ ਬਾਹਰ ਆ ਜਾਂਦੇ ਆ। ਸੋ ਉੱਥੋਂ ਵੀ ਇਹ ਸਾਬਤ ਹੁੰਦਾ ਵੀ ਇਹ ਸਾਰੀਆਂ ਸਰਕਾਰਾਂ ਰਲੀਆਂ ਮਿਲੀਆਂ ਚੱਲਦੀਆਂ ਇਹਨਾਂ ਦੇ ਨਾਲ, ਇਹਨਾਂ ਨੂੰ ਕਿਸੇ ਦੀ ਹਮਦਰਦੀ ਨਾਲ ਨਹੀਂ ਆ, ਇਹਨਾਂ ਨੂੰ ਵੋਟਾਂ ਦਾ ਹੀ ਮਸਲਾ ਹੈ। ਉਸ ਟਾਈਮ ਦੇ ਆਏ ਹੋਏ ਆ। ਉਸ ਤੋਂ ਬਾਅਦ ਮੈਂ 1-2 ਵਾਰੀ ਪਹੁੰਚ ਵੀ ਕੀਤੀ ਆ, ਤਾਂ ਇਹਨਾਂ ਦਾ ਕਹਿਣਾ ਇਹ ਹੁੰਦਾ ਸੀ ਵੀ ਇਹ ਫੈਸਲਾ ਜਿਹੜਾ ਅਸੀਂ ਜਿੰਨਾ ਕਰਨਾ ਸੀ ਉਹ ਕਰ ਚੁੱਕੇ ਆ, ਅੱਗੇ ਫੈਸਲਾ ਜੁਡੀਸ਼ਲੀ ਤੇ ਆ। ਤਾਂ ਜੁਡੀਸ਼ਲੀ ਵੀ ਹੁਣ ਅੱਜ ਜਾਂ ਇਹਨਾਂ ਦੇ ਫੈਸਲੇ ਹੋਣ ਤੋਂ ਬਾਅਦ ਪਤਾ ਲੱਗਦੀ ਵੀ ਜੁਡੀਸ਼ਲੀ ਵੀ ਸਾਰੀ ਕਰਤਾ ਧਰਤਾ ਜਿਹੜੀ ਉਹ ਇਹਨਾਂ ਦੇ ਹੱਥ ਵਿੱਚ ਹੀ ਚੱਲਦੀ ਆ, ਕਿਉਂਕਿ ਪੰਜਾਬ ਦੇ ਜਰਨਲ ਐਡਵੋਕੇਟ ਆ ਜਿਹੜੇ, ਉਹ ਤੋਂ ਲੰਦਾ ਉਹ ਬਹੁਤ ਕਰਪਟ ਸਿਸਟਮ ਦੇ ਬੰਦੇ ਸੀਗੇ, ਤੇ ਬਾਰ ਐਸੋਸੀਏਸ਼ਨ ਚੰਡੀਗੜ੍ਹ ਵੱਲੋਂ ਵੀ ਉਹਨਾਂ ਤੇ ਕਾਫੀ ਜਿਹੜੇ ਚਾਰਜ ਮਤਲਬ ਬਲੇਮ ਲੱਗ ਚੁੱਕੇ ਸੀ ਘਪਲੇਬਾਜ਼ੀਆਂ ਦੇ। ਸੋ ਉਹਨਾਂ ਨੇ ਉਹ ਘਪਲੇਬਾਜ਼ੀਆਂ ਕੀਤੀਆਂ, ਦੋਸ਼ੀਆਂ ਦੇ ਨਾਲ ਗੰਢ-ਧੁੱਪ ਕੀਤੀ। ਭਾਈ ਜੀ ਕੰਵਰ ਵਿਜੇ ਪ੍ਰਤਾਪ ਉਹਨਾਂ ਦੀ ਹੁਣ ਦੀ ਇੰਟਰਵਿਊ ਕੱਢ ਕੇ ਦੇਖੀਏ ਤਾਂ ਉਹਨਾਂ ਨੇ ਦੱਸਿਆ ਵੀ ਇੱਕ ਦਿਨ ਦਾ ਵਕੀਲ ਨੂੰ 55 ਲੱਖ ਰੁਪਇਆ ਖਰਚਾ ਕੇਸ ਲੜਨ ਦਾ ਦਿੱਤਾ ਜਾਂਦਾ ਸੀ। ਤਾਂ ਉਹਦੇ ਨਤੀਜੇ ਕੀ ਨਿਕਲੇ ਵੀ ਕੇਸ ਅਸੀਂ ਹਾਰੇ ਹਾਂ, ਵੀ ਰਿਪੋਰਟਾਂ ਅਸੀਂ ਖਾਰਜ ਕਰਵਾਈਆਂ। ਉਹ ਇੱਕ 55 ਲੱਖ ਰੁਪਇਆ ਰਿਪੋਰਟਾਂ ਖਾਰਜ ਕਰਵਾਉਣ ਦਾ ਉਹ ਵਕੀਲਾਂ ਨੂੰ ਸਰਕਾਰ ਦਿੰਦੀ ਰਹੀ ਆ। ਤੁਸੀਂ IG ਕੰਵਰ ਵਿਜੇ ਪ੍ਰਤਾਪ ਦੀ ਗੱਲ ਕੀਤੀ ਆ, ਜਿਹੜਾ ਉਹਨਾਂ ਦਾ ਅਸਤੀਫਾ ਪਹਿਲਾਂ ਨਾ ਮਨਜ਼ੂਰ ਹੁੰਦਾ, ਹੁਣ ਮਨਜ਼ੂਰ ਹੁੰਦਾ। ਜੇ ਦੂਜੇ ਪਾਸੇ ਗੱਲ ਕਰਦੇ ਆ, ਅਕਾਲੀ ਦਲ ਵੱਲੋਂ ਇਲਜ਼ਾਮ ਲਗਾਏ ਜਾਂਦੇ ਆ ਵੀ ਉਹਨਾਂ ਨੂੰ ਆਮ ਆਦਮੀ ਪਾਰਟੀ ਟਿਕਟ ਦੇ ਰਹੀ ਆ। ਇਹ ਵੀ ਸਾਰਾ ਇੱਕ ਪੋਲੀਟੀਕਲ ਸਿਸਟਮ ਆ, ਲੋਕਾਂ ਦੇ ਮਨ ਦੇ ਵਿੱਚ ਵੀ ਸਵਾਲ ਆ। ਤੁਹਾਡੀ ਗੱਲਬਾਤ ਉਹਨਾਂ ਦੇ ਨਾਲ ਹੁੰਦੀ ਰਹੀ ਹੋਊਗੀ ਜਦੋਂ ਕੇਸ ਚੱਲਦਾ ਸੀ, ਹੁਣ ਵੀ ਹੁੰਦੀ ਹੋਊਗੀ। ਤੁਸੀਂ ਕੀ ਸਮਝਦੇ ਹੋ, ਅਸਤੀਫਾ ਕਿਉਂ ਦਿੱਤਾ ਗਿਆ, ਕਿਉਂ ਸਾਰੀ ਇਹ ਚੀਜ਼ ਹੋਈ? ਦੇਖੋ ਰਤਨਵੀਰ, ਇੱਕ ਗੱਲ ਕਰਦੇ ਆ ਆਪਾਂ, ਅਕਾਲੀ ਦਲ ਮਤਲਬ ਜੇ ਸਿਆਸੀ ਪਾਰਟੀਆਂ ਦੀ ਗੱਲ ਕਰੀਏ ਤੇ ਅਕਾਲੀ ਦਲ ਅੱਜ ਜਸ਼ਨ ਮਨਾ ਰਿਹਾ। ਉਹ ਜਸ਼ਨ ਕਿਉਂ ਮਨਾ ਰਿਹਾ ਜੀ? ਜੇ ਉਹ ਦੋਸ਼ੀ ਨਹੀਂ ਸੀ, ਜੇ ਉਹਨਾਂ ਦਾ ਨਾਮ ਹੀ ਨਹੀਂ ਆਇਆ, ਤਾਂ ਦੂਜਿਆਂ ਦਾ ਬਾਹਰ ਆਉਣ ਤੇ ਜਾਂ ਜੀ ਕੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਖਾਰਜ ਹੋਣ ਤੇ ਉਹਨਾਂ ਨੂੰ ਜਸ਼ਨ ਕਿਉਂ ਮਨਾਉਣੇ ਪੈ ਰਹੇ ਆ? ਕਿਤੇ ਨਾ ਕਿਤੇ ਜੇ ਆਪਾਂ ਕਹਿੰਦੇ ਵੀ ਚੋਰ ਆ, ਜੇ ਉਹ ਚੋਰੀ ਤੋਂ ਬਚਦਾ ਆ ਤਾਂ ਮਤਲਬ ਉਹ ਇਲਜ਼ਾਮਾਂ ਤੋਂ ਬਚ ਜਾਂਦਾ, ਤਾਂ ਉਹਨੂੰ ਇਹ ਹੁੰਦਾ ਯਾਰ ਮੇਰਾ ਇਹਨਾਂ ਨੇ ਕੀ ਕਰ ਲਿਆ। ਸੋ ਉਹੀ ਗੱਲਾਂ ਸਾਹਮਣੇ ਇਸ ਇਨਵੈਸਟੀਗੇਸ਼ਨ 'ਚ ਆ ਰਹੀਆਂ ਵੀ ਅਕਾਲੀ ਦਲ ਦਾ ਕੋਈ ਬੰਦਾ ਗ੍ਰਿਫਤਾਰ ਨਹੀਂ ਹੋਇਆ ਸੀ ਜੀ, ਪੁਲਿਸ ਵਾਲੇ ਗ੍ਰਿਫਤਾਰ ਹੋਏ ਆ, ਪੁਲਿਸ ਵਾਲਿਆਂ ਦੇ ਰਿਲੇਟਡ ਬੰਦੇ ਗ੍ਰਿਫਤਾਰ ਹੋਏ ਆ। ਅਕਾਲੀ ਦਲ ਇੱਕ ਸਿਆਸੀ ਪਾਰਟੀ ਹੋ ਕੇ ਹਜੇ ਉਹਨਾਂ ਦੇ ਕੋਈ ਗ੍ਰਿਫਤਾਰੀ ਨਹੀਂ ਹੋਈ, ਮੰਨ ਲਓ ਜਾਂ ਸੁਖਬੀਰ ਬਾਦਲ ਦੀ ਲਾ ਲਓ, ਪ੍ਰਕਾਸ਼ ਬਾਦਲ ਦੀ ਲਾ ਲਓ, ਕਿਸੇ ਦੀ ਵੀ ਲਾ ਲਓ, ਤਾਂ ਉਹ ਕਹਿੰਦੇ ਆ ਵੀ ਅਸੀਂ ਬਚ ਗਏ, ਸਾਨੂੰ ਫਸਾਉਣ ਦੇ ਲਈ ਸੀ।
ਕਿਉਂ ਤੁਸੀਂ ਫਸੇ ਹੋਏ ਕਿਉਂ ਮੰਨ ਰਹੇ ਹੋ? ਤੁਹਾਡਾ ਜੇ ਨਾਮ ਨਹੀਂ ਆਇਆ, ਤੁਸੀਂ ਜਨਤਕ ਨਹੀਂ ਹੋਏ, ਤੁਸੀਂ ਇਨਵੈਸਟੀਗੇਸ਼ਨ ਦੇ ਵਿੱਚ ਤੁਸੀਂ ਪਾਏ ਨਹੀਂ ਗਏ ਅਜੇ ਉਸ 'ਚ, ਮਤਲਬ ਨਾਮ 10ਵਾਂ ਚਲਾਨ ਤਾਂ ਆਉਣਾ ਸੀ ਨਾ ਅਜੇ। ਤੁਹਾਡੀਆਂ ਤਾਂ ਗ੍ਰਿਫਤਾਰੀਆਂ ਬਾਅਦ 'ਚ ਹੋਣੀਆਂ ਸੀ, ਹਜੇ ਤਾਂ ਕੋਈ ਗੱਲ ਨਹੀਂ ਹੋਈ ਸੀ। ਤੁਸੀਂ ਦੋਸ਼ੀਆਂ ਦੀਆਂ ਰਿਪੋਰਟਾਂ ਖਾਰਜ ਹੋਣ ਤੇ ਮਤਲਬ ਉਹਨਾਂ ਦੇ ਬਾਹਰ ਆਉਣ ਤੇ, ਉਹ ਚਾਹੇ ਸਮੇਧ ਸੈਣੀ ਆ ਚਾਹੇ ਉਮਰਾ ਨੰਗਲ ਆ, ਤੇ ਤੁਸੀਂ ਅੱਜ ਸਿਆਸੀ ਬਿਆਨ ਕਿਉਂ ਦਾਗ ਰਹੇ ਹੋ? ਸਾਨੂੰ ਵੀ ਪਤਾ, ਮਤਲਬ ਜਦੋਂ ਇਨਵੈਸਟੀਗੇਸ਼ਨ ਹੁੰਦੀ ਆ 41 ਤੋਂ 50 ਨੰਬਰ ਦੇ ਪੇਜ ਦੇ ਵਿੱਚ ਜੀ ਕੰਵਰ ਵਿਜੇ ਪ੍ਰਤਾਪ ਹੋਣਾ ਨੇ ਪੁੱਛਗਿੱਛ ਦੇ ਦੌਰਾਨ ਸਾਫ਼ ਸਪਸ਼ਟ ਕੀਤਾ ਵੀ ਅਕਸ਼ੇ ਕੁਮਾਰ ਦੀ ਮੀਟਿੰਗ ਕਿੱਥੇ ਹੁੰਦੀ ਆ, ਸਰਸਾ ਸਾਧ ਦੀ ਮੀਟਿੰਗ ਕਿੱਥੇ, ਕਿਹਦੇ ਨਾਲ ਕਿਵੇਂ ਹੁੰਦੀ ਆ, ਤੇ ਬਾਦਲ ਦੇ ਨਾਲ ਕਿੱਥੇ ਹੁੰਦੀ ਆ। ਉਹ ਸਾਰੀਆਂ ਉਹ ਬੇਅਦਬੀ ਦੇ ਨਾਲ ਜੁੜਦੀਆਂ ਤਾਰਾਂ ਜਿਹੜੀਆਂ ਸਾਹਮਣੇ ਰੱਖਦੇ ਆ। ਸੋ ਅੱਜ ਇਹਨਾਂ ਨੂੰ ਜਸ਼ਨ ਇਸ ਕਰਕੇ ਮਨਾਉਣਾ ਪੈ ਰਿਹਾ ਵੀ ਇਹ ਤਾਂ ਆਪ ਹੀ ਦੱਸ ਰਹੇ ਆ ਵੀ ਅਸੀਂ ਦੋਸ਼ੀ ਸੀਗੇ ਤੇ ਸਾਨੂੰ ਕੈਪਟਨ ਨੇ ਬਚਾ ਲਿਆ। ਹੁਣ ਆਈ ਜੀ ਕੰਵਰ ਵਿਜੇ ਪ੍ਰਤਾਪ ਹੈ ਸਿਆਸੀ ਬਣੂਗਾ, ਇੱਦਾਂ ਬਣੂਗਾ, ਉਹ ਬਾਅਦ ਦੀਆਂ ਇਲਜ਼ਾਮਬਾਜ਼ੀਆਂ ਜਾਂ ਉਹਨੂੰ ਇੱਕ ਬਿਹਾਰ ਦਾ ਵਾਸੀ ਕਹਿਣਾ, ਇਹ ਇੱਕ ਨਿੱਜੀ ਟਿੱਪਣੀਆਂ ਕਰਨੀਆਂ ਜਿਹੜੀਆਂ ਇਹਨਾਂ ਪੋਲੀਟੀਸ਼ੀਅਨ ਲੀਡਰਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਸੀ। ਜੇ ਸੱਚੇ ਆ ਤਾਂ ਕੋਰਟ 'ਚ ਲੜਦੇ, ਜੇ ਇਨਵੈਸਟੀਗੇਸ਼ਨ ਦਾ ਪਾਰਟ ਬਣਦੇ, ਉੱਥੇ ਆਪਣੇ ਵਕੀਲ ਖੜੇ ਕਰਕੇ ਉਹਨਾਂ 'ਚੋਂ ਫੈਸਲੇ ਲਿਆਉਂਦੇ। ਪਰ ਇਹ ਫੈਸਲੇ ਜਿਹੜੇ ਲਿਆਂਦੇ ਆ ਇਹ ਸਮਝੌਤੇ ਕਰਕੇ ਤੇ ਪੈਸਿਆਂ ਦੇ ਨਾਲ ਫੈਸਲੇ ਲਿਆਂਦੇ ਆ। ਅੱਜ ਆਪਾਂ ਕਹਿੰਦੇ ਵੀ ਉਮਰਾ ਨੰਗਲ ਦਾ ਤਾਂ ਬਿਆਨ ਨਹੀਂ ਆਇਆ ਜਿਹੜਾ ਦੋਸ਼ੀ ਸੀਗਾ, ਸਮੇਧ ਸੈਣੀ ਨੇ ਤਾਂ ਗੱਲ ਨਹੀਂ ਕਹੀ ਕੋਈ ਇਦਾਂ ਦੀ ਹਜੇ, ਅਕਾਲੀ ਦਲ ਭੰਗੜਾ ਪਾ ਰਿਹਾ। ਸੋ ਕਿਤੇ ਨਾ ਕਿਤੇ ਇਹ ਸਾਰਾ ਸਾਬਤ ਹੋ ਰਿਹਾ ਵੀ ਇਹ ਵਾਕਈ ਸੀਗੇ। ਅੱਜ ਇਹ ਆਪ ਮੰਨ ਰਹੇ ਆ ਤਾਂ ਗੱਲ ਕਰ ਰਹੇ ਵੀ ਆਈ ਜੀ ਕੰਵਰ ਵਿਜੇ ਪ੍ਰਤਾਪ ਨੇ ਇਹਨਾਂ ਨਾਲ ਧੱਕਾ ਕਰਨਾ ਚਾਹਿਆ, ਧਮਕੀਆਂ ਤੁਸੀਂ ਦਿੱਤੀਆਂ, ਇਨਵੈਸਟੀਗੇਸ਼ਨਾਂ ਤੁਸੀਂ ਰੋਕੀਆਂ, ਬਲੇਮ ਤੁਸੀਂ ਲਾਏ। ਅੱਜ ਤੁਹਾਡੇ ਪੱਖ 'ਚ ਫੈਸਲੇ ਆਏ ਆ ਤਾਂ ਤੁਸੀਂ ਉਹਨੂੰ ਮਤਲਬ ਇੰਨਾ ਕੁ ਫਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਵੀ ਅਸੀਂ ਬਚ ਗਏ, ਲੋਕਾਂ ਨੂੰ ਸਬੂਤ ਦੇ ਰਹੇ ਆ। ਪਰ ਲੋਕ ਇਹ ਜਾਣਦੇ ਆ, ਲੋਕਾਂ ਨੂੰ ਪਤਾ ਵੀ ਕਿਹਦੀ ਸਰਕਾਰ 'ਚ ਹੋਇਆ, ਕਿਵੇਂ ਹੋਇਆ ਤੇ ਕਿਹਨੇ ਕਰਵਾਇਆ, ਉਹ ਸਾਰਾ ਲੋਕ ਇਹ ਜਾਣਦੇ ਆ ਜੀ। ਜੇ ਆਪਾਂ ਹੁਣ ਬਿਆਨਾਂ ਦੀ ਗੱਲ ਕਰਦੇ ਆ, ਬੜੇ ਲੋਕਾਂ ਦੇ ਬਿਆਨ ਆ ਰਹੇ ਆ, ਪੋਲੀਟੀਸ਼ੀਅਨ ਇੱਕ ਪਾਸੇ ਬਿਆਨ ਦੇ ਰਹੇ ਆ, ਚਾਹੇ ਉਹ ਜਿਹੜੀ ਮਰਜ਼ੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਹੋਣ। ਪਰ ਇੱਕ ਬਿਆਨ ਸਾਹਮਣੇ ਆਉਂਦਾ ਸੀਨੀਅਰ ਵਕੀਲ ਨੇ ਐਚ.ਐਸ. ਫੂਲਕਾ, ਉਹ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਉਹ ਵੀ ਨਾ ਇੱਕ ਆਪਾਂ ਕਹੀਏ ਲੋਕਾਂ ਦੀ ਹਮਦਰਦੀ ਲਈ ਤੇ ਸਿਆਸੀ ਰੋਟੀਆਂ ਸੇਕਣ ਲਈ ਜਿਹੜੀਆਂ ਗੱਲਾਂ ਹੋ ਰਹੀਆਂ ਜੀ। ਮੈਂ ਐਚ.ਐਸ. ਫੂਲਕਾ ਦੀ ਗੱਲ ਕਰਨੀ ਚਾਹਾਂ ਤਾਂ ਮੈਂ ਉਹਨਾਂ ਨੂੰ ਇਹ ਚੱਲਦੇ ਕੇਸ 'ਚ ਮਿਲਿਆ ਸੀ ਜੀ। ਚੱਲਦੇ ਕੇਸ ਦੇ ਵਿੱਚ ਉਹਨਾਂ ਦੇ ਨਾਲ ਮੇਰੀ ਮੁਲਾਕਾਤ ਭਦੌੜ ਹੁੰਦੀ ਉਹਨਾਂ ਦੇ ਘਰੇ ਜੀ, ਤੇ ਉੱਥੇ ਮੈਂ ਜਾ ਕੇ ਕਹਿੰਦਾ ਵੀ ਤੁਸੀਂ ਮੇਰਾ ਕੇਸ ਲੜੋ, ਵੀ ਤੁਸੀਂ ਮੇਰੇ ਕੇਸ ਦੇ ਵਿੱਚ ਆਓ ਜੀ, ਤੇ ਇਦਾਂ ਕਰਕੇ ਚਰਨਜੀਤ ਸ਼ਰਮੇ ਦੀ ਗ੍ਰਿਫਤਾਰੀ ਹੋਈ ਆ ਜੀ, ਤੇ ਸਾਨੂੰ ਲੋੜ ਆ ਤੁਹਾਡੀ ਸਟਰੋਂਗ ਪੱਖ ਤੋਂ ਲੋੜ ਆ ਵੀ ਤੁਸੀਂ ਆਓ, ਕਿਉਂਕਿ ਤੁਸੀਂ ਸਿੱਖਾਂ ਦੇ ਮਸਲੇ ਬਹੁਤ ਵਧੀਆ ਢੰਗ ਨਾਲ ਜਿਹੜੇ ਲੋਕਾਂ ਦੇ ਵਿੱਚ ਲਿਆਂਦੇ ਆ ਤੇ ਉਹਨਾਂ ਨੂੰ ਕੇਸ ਲੜੇ ਹੋ ਸੁਪਰੀਮ ਕੋਰਟ ਦੇ ਵਿੱਚ ਜੀ। ਤਾਂ ਉਹਨਾਂ ਦਾ ਇਹੀ ਕਹਿਣਾ ਸੀਗਾ ਵੀ ਮੈਂ ਇਹ ਕੇਸ ਹਜੇ ਨਹੀਂ ਲੜ ਸਕਦਾ, ਵੀ ਹਜੇ ਉਹ ਮੇਰੇ ਪ੍ਰੋਫਾਈਲ ਦਾ ਕੇਸ ਨਹੀਂ ਬਣਿਆ। ਸੋ ਉੱਥੋਂ ਅੱਜ ਸਫਾਈਆਂ ਦੇ ਰਹੇ, ਤੁਸੀਂ ਜਦੋਂ ਕੇਸ ਦੇ ਵਿੱਚ ਇੰਟਰਫੇਅਰ ਹੀ ਨਹੀਂ ਕੀਤਾ, ਜਦੋਂ ਤੁਸੀਂ ਕੇਸ ਦੇ ਵਿੱਚ ਆਏ ਹੀ ਨਹੀਂ, ਤੁਹਾਨੂੰ ਪਤਾ ਹੀ ਨਹੀਂ ਗਰਾਊਂਡ ਲੈਵਲ ਤੇ ਕੀ ਹੋਇਆ ਕਿਵੇਂ ਹੋਇਆ, ਤੇ ਅੱਜ ਤੁਸੀਂ ਉਹ ਬਿਆਨ ਪੜ੍ਹ ਕੇ ਸਫਾਈਆਂ ਦੇ ਰਹੇ ਹੋ, ਤੇ ਉਹ ਵੀ ਆਈ ਜੀ ਕੰਵਰ ਵਿਜੇ ਪ੍ਰਤਾਪ ਦੇ ਬਿਆਨ ਪੜ੍ਹ ਕੇ। ਜੇ ਦੂਸਰੇ ਪੋਲੀਟੀਸ਼ੀਅਨ ਉਹ ਚਾਹੇ ਕਾਂਗਰਸ ਦੇ ਆ ਚਾਹੇ ਹੋਰ ਆ, ਕਾਂਗਰਸ ਦੇ ਮੈਂ ਖਾਸ ਕਰਕੇ ਗੱਲ ਕਰਦਾ ਵੀ ਕਾਂਗਰਸ ਦੇ ਪੋਲੀਟੀਸ਼ੀਅਨ ਬਲੇਮ ਲਾ ਰਹੇ ਆ ਵੀ ਰਿਪੋਰਟ ਜਨਤਕ ਕਰੋ। ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਰਤਨ ਬਾਈ, ਜਿਹੜੀ ਰਿਪੋਰਟ ਆ ਨਾ ਉਹ 9 ਚਲਾਨ ਆ ਅਦਾਲਤ ਦੇ ਵਿੱਚ ਪੇਸ਼ ਹੋ ਗਏ, ਤੇ 9 ਚਲਾਨਾਂ ਦੇ ਰੂਪ ਦੇ ਵਿੱਚ ਰਿਪੋਰਟ ਇੱਕ ਜਨਤਕ ਆ। ਵੀ ਉਹਦਾ ਇੱਕ ਨਿੱਕਾ ਜਿਹਾ ਪਾਰਟ ਰਹਿੰਦਾ ਜਿਹੜਾ ਲਾਸਟ ਸੀਗਾ, ਜਿਹੜਾ ਇਹਨਾਂ ਨੇ ਆਉਣ ਤੋਂ ਪਹਿਲਾਂ ਰੋਕਤਾ। ਤੇ ਜਿਹੜੀ ਜਨਤਕ ਰਿਪੋਰਟ ਆ ਉਹਨੂੰ ਹੋਰ ਕਿੰਨੀ ਕੁ ਜਨਤਕ ਕੀਤਾ ਜਾਵੇ, ਉਹਨੂੰ ਪੜ੍ਹੋ, ਦੇਖੋ ਵੀ ਰਿਪੋਰਟ ਦੇ ਵਿੱਚ ਕੀ ਸੀ, ਇਨਵੈਸਟੀਗੇਸ਼ਨ ਦੇ ਵਿੱਚ ਕੀ ਸੀਗਾ, ਤੇ ਸਾਰਾ ਸਾਫ਼ ਪਤਾ ਲੱਗਦਾ। ਅੱਜ ਉਸੇ ਕਾਂਗਰਸ ਦੇ ਬੰਦੇ, ਉਸੇ ਕਾਂਗਰਸ ਦੇ ਪੋਲੀਟੀਸ਼ੀਅਨ ਇੱਕ ਰਾਜਨੀਤੀ ਦੇ ਲਈ ਇਹ ਗੱਲ ਕਰ ਰਹੇ ਆ ਵੀ ਅਸੀਂ ਖਣੀ ਇਹਦੇ ਨਾਲ ਹਮਦਰਦੀ ਪ੍ਰਗਟਾ ਰਹੇ ਆ, ਉਹ ਚਾਹੇ ਨਵਜੋਤ ਸਿੱਧੂ ਆ ਚਾਹੇ ਕੋਈ ਹੋਰ ਆ। ਤਾਂ ਜਦੋਂ ਚੱਲਦੀ ਇਨਵੈਸਟੀਗੇਸ਼ਨ ਦੇ ਵਿੱਚ ਆਈ ਜੀ ਕੰਵਰ ਵਿਜੇ ਪ੍ਰਤਾਪ ਇਹਨਾਂ ਕੋਲੇ ਜਾਂਦੇ ਆ ਤਾਂ ਉਦੋਂ ਤਾਂ ਕੋਈ ਇਹਨਾਂ ਦੇ ਵੱਲੋਂ ਹਾਂ ਪੱਖੀ ਕੋਈ ਜਵਾਬ ਨਹੀਂ ਆਉਂਦੇ। ਅੱਜ ਉਹ ਪਾਸੇ ਕਰ ਦਿੱਤੇ ਜਾਂਦੇ ਆ। ਉਹ ਬੰਦੇ ਨੇ ਆਪਣੀ ਇਮਾਨਦਾਰੀ ਦਾ ਸਬੂਤ ਦਿੱਤਾ ਅਸਤੀਫਾ ਦੇ ਕੇ, ਉਹਨਾਂ ਨੇ ਜਾਂਚ ਕੀਤੀ, ਉਹਨਾਂ ਨੂੰ ਆਪਣੀ ਜਾਂਚ ਨਾਲ ਮਤਲਬ ਸਾਰਿਆਂ ਨੂੰ ਸੰਤੁਸ਼ਟੀ ਸੀ। ਤਾਂ ਉਹਨਾਂ ਨੇ ਇੰਨਾ ਕੁ ਹਾਰਡਲੀ ਵਰਕ ਕੀਤਾ, ਜਿਹੜੇ ਸਿਸਟਮ ਦੇ ਵਿੱਚ ਰਹਿ ਕੇ ਉਹਨਾਂ ਨੇ ਕੰਮ ਕੀਤਾ, ਜਿਹੜੇ ਸਿਸਟਮ ਦੇ ਲਈ ਉਹਨਾਂ ਨੇ ਲੋਕਾਂ ਦੇ ਵਿੱਚ ਆਸ ਜਗਾਈ, ਅੱਜ ਉਸੇ ਸਿਸਟਮ ਨੂੰ ਉਹ ਬੰਦਾ ਉਸੇ ਸਿਸਟਮ ਦੇ ਵਿੱਚ ਚੱਲਣ ਵਾਲਾ ਉਹ ਕਹਿ ਰਿਹਾ ਵੀ ਇਹ ਸਿਸਟਮ ਤੋਂ ਨਿਆਂ ਪ੍ਰਣਾਲੀ ਦੀ ਆਸ ਨਹੀਂ ਹੈ ਤੇ ਇਹ ਕੇਸ ਦਾ ਕਦੇ ਵੀ ਇਨਸਾਫ ਨਹੀਂ ਹੋ ਸਕਦਾ। ਉਹਨਾਂ ਦੇ ਵਿੱਚ ਕੰਮ ਕਰਨ ਵਾਲਾ ਬੰਦਾ ਕਹਿ ਰਿਹਾ, ਤੇ ਸਾਡੇ ਵਰਗਿਆਂ ਨੂੰ ਕਹਿਣਾ ਤਾਂ ਕੋਈ ਵੱਡੀ ਗੱਲ ਨਹੀਂ ਹੈ, ਕਿਉਂਕਿ ਅਸੀਂ ਤਾਂ 84 ਹੋ ਗਿਆ, ਸਾਡੇ ਤੇ 93 78 ਅਨੇਕਾਂ ਇਦਾਂ ਦੇ ਮਸਲੇ ਚੱਲੇ ਆ ਜਿਹੜੇ ਪੰਜਾਬ ਦੇ ਲੋਕਾਂ ਨੇ ਆਪਣੇ ਸਰੀਰ ਤੇ ਹੰਢਾਏ ਆ ਤੇ ਜਿਹ 'ਚੋਂ ਕੁਛ ਨਹੀਂ ਨਿਕਲਿਆ। ਸੋ ਅੱਜ ਇਹ ਕੇਸ ਵੀ ਇੱਕ 84 ਦੇ ਕੇਸਾਂ ਵਾਂਗ ਜਾਂ ਹੋਰ ਪੰਜਾਬ ਦੇ ਅਨੇਕਾਂ ਮੁੱਦਿਆਂ ਵਾਂਗ ਇੱਕ ਲਮਕਾ ਕੇ ਚੱਲਣ ਦੀਆਂ ਤੇ ਵੋਟਾਂ ਦੀ ਰਾਜਨੀਤੀ ਦੀਆਂ ਗੱਲਾਂ ਵਾਲਾ ਕੇਸ ਬਣ ਕੇ ਰਹਿ ਗਿਆ। ਨਵੀਆਂ ਇਨਵੈਸਟੀਗੇਸ਼ਨਾਂ ਸ਼ੁਰੂ ਹੋਣਗੀਆਂ, ਲੋਕਾਂ ਨੇ ਸਾਥ ਨਹੀਂ ਦੇਣਾ, ਨਵੇਂ ਜਸਟਿਸ ਬਣਾਉਣਗੇ, ਉਹਨਾਂ ਨੇ ਲੋਕਾਂ ਨੇ ਜਿਹੜੇ ਗਵਾਹ, ਅਕਸਰ ਕੇਸ ਚੱਲਦੇ ਗਵਾਹਾਂ ਦੇ ਸਿਰ ਤੇ, ਜਦੋਂ ਗਵਾਹ ਹੀ ਨਾ ਰਹੇ ਤਾਂ ਕੇਸ ਕਿੱਥੋਂ ਚੱਲਣਗੇ। ਸੋ ਇਹਨਾਂ ਨੇ ਉਹ ਕੇਸ ਆ ਜਿਹੜਾ ਠੰਡੇ ਬਸਤੇ 'ਚ ਪਾ ਕੇ ਬੰਦ ਕਰ ਦਿੱਤਾ।
ਜਿਹਦੇ ਲਈ ਕੈਪਟਨ ਸਰਕਾਰ ਵੀ ਡਬਲ ਦੋਸ਼ੀ ਆ, ਦੋਸ਼ੀਆਂ ਨੂੰ ਜਿਹੜੀ ਉਸ ਟਾਈਮ ਦੇ ਕਰਨ ਵਾਲੇ ਸੀ ਉਹਨਾਂ ਨੂੰ ਬਚਾਉਣ ਦੇ ਵਿੱਚ। ਜੀ ਜੇ ਹੁਣ ਸੁਖਰਾਜ ਆਪਾਂ ਗੱਲ ਕਰਦੇ ਆ ਵੀ ਤੁਸੀਂ 84 ਦੀ ਗੱਲ ਕੀਤੀ ਆ, 84 ਨੂੰ ਤੁਸੀਂ ਇਹਦੇ ਨਾਲ ਕੰਪੇਅਰ ਕਰਤਾ ਵੀ ਉੱਦਾਂ ਹੀ ਲਮਕ ਕੇ ਰਹਿ ਗਈ ਆ ਇਹ ਚੀਜ਼, ਤੇ ਵੋਟਾਂ ਵਾਲਿਆਂ ਨੇ ਆਪਦਾ ਮਸਲਾ ਬਣਾ ਲਿਆ, ਆਪਦੀਆਂ ਰੋਟੀਆਂ ਸੇਕਦੇ ਆ। ਪਰ ਜੇ ਉਹ ਮਾਮਲਿਆਂ ਦੀ ਗੱਲ ਕਰਦੇ ਆ ਜਾਂ ਆਹ ਮਾਮਲੇ ਦੀ ਗੱਲ ਕਰਦੇ ਆ, ਇੱਕ ਗੱਲ ਇਹ ਉੱਠਦੀ ਆ ਵੀ ਤੁਸੀਂ ਪੀੜਤ ਪਰਿਵਾਰ ਹੋ, ਹੋਰ ਬੜੇ ਲੋਕ ਆ ਜਿਹੜੇ ਗਵਾਹ ਬਣੇ ਸੀ, ਤੁਸੀਂ ਸਾਰਿਆਂ ਨੂੰ ਜਾਣਦੇ ਹੋ। ਉਦੋਂ ਬਾਅਦ ਗੱਲ ਆਉਂਦੀ ਆ ਡਰਾਉਣ ਧਮਕਾਉਣ ਵਾਲੀਆਂ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਗਈਆਂ ਪਿਛਲੀ ਮੁਲਾਕਾਤ ਵਿੱਚ, ਜਿਹੜੀ ਕੁੰਵਰ ਵਿਜੇ ਪ੍ਰਤਾਪ ਦੀ ਆਈ ਆ। ਤੁਹਾਡੇ ਨਾਲ ਇਹੋ ਜਿਹੀਆਂ ਚੀਜ਼ਾਂ ਵਾਪਰੀਆਂ, ਦੱਸਣਾ ਚਾਹੋਗੇ ਖੁੱਲ੍ਹ ਕੇ, ਜਿਹੜੀਆਂ ਚੀਜ਼ਾਂ ਹਜੇ ਕੈਮਰੇ ਦੇ ਸਾਹਮਣੇ ਨਹੀਂ ਹਨ? ਦੇਖੋ ਜੀ, ਇਹ ਚੀਜ਼ਾਂ ਨਾ ਜਿਹੜੀਆਂ ਸਾਹਮਣੇ ਦੱਸਣ 'ਚ ਕੋਈ ਮੈਨੂੰ ਹਰਜ ਨਹੀਂ ਆ, ਕਿਉਂਕਿ ਅਸੀਂ ਜਿਹੜਾ ਕੇਸ ਲੜਿਆ ਉਹਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਇਹ ਨਾਮਜ਼ਦ ਕੀਤੇ ਜਾਂਦੇ ਆ, ਇੱਕ ਦੋਸ਼ੀ ਆਪਣੀ ਤਰੀਕ ਭੁਗਤਣ ਆਉਂਦਾ ਜਾਂ ਉਹਦੀ ਗ੍ਰਿਫਤਾਰੀ ਹੁੰਦੀ ਆ, ਉਹਦੇ ਲਈ ਇੰਨੀ ਕੁ ਪੁਲਿਸ ਲਾਈ ਜਾਂਦੀ ਆ। ਮੈਂ ਇੱਕ ਕੇਸ ਦਾ ਮਦਈ ਹੋ ਕੇ, ਮਤਲਬ ਮੇਰਾ ਕੇਸ ਹੋਵੇ, ਮੇਰੇ ਕੇਸ ਤੇ ਦੋਸ਼ੀ ਆਇਆ ਹੋਵੇ ਤੇ ਮੈਂ ਹੀ ਅਦਾਲਤ 'ਚ ਨਾ ਜਾਵਾਂ, ਇਹਦੇ ਉੱਤੇ ਹੋਰ ਮੇਰਾ ਧੱਕਾ ਕੀ ਹੋ ਸਕਦਾ? ਮੇਰੇ ਕੇਸ ਦੀ ਸੁਣਵਾਈ ਹੋਵੇ ਤੇ ਮੈਨੂੰ ਪੁਲਿਸ ਵੱਲੋਂ ਉੱਥੇ ਰੋਕਿਆ ਜਾਂਦਾ ਹੋਵੇ ਵੀ ਇਹ ਅਦਾਲਤ 'ਚ ਨਹੀਂ ਜਾ ਸਕਦਾ। ਯਾਰ ਕ੍ਰਾਈਮ ਉਹਨੇ ਕੀਤਾ, ਮੈਂ ਤਾਂ ਉਹਨੂੰ ਜਨਤਕ ਕਰਨ ਵਾਲਾ ਨਾ। ਇੱਦਾਂ ਦੀਆਂ ਗੱਲਾਂ। ਬਾਕੀ ਇਹਨਾਂ ਨੇ ਇੱਕ ਚੱਲਦੀ ਹੋਈ FIR ਦੇ ਵਿੱਚ ਨਵੀਂ ਪਟੀਸ਼ਨ ਪਾ ਦੇਣੀ ਵੀ ਸਾਡੇ ਨਾਲ ਇਹ ਹੋ ਰਿਹਾ, ਸਾਨੂੰ ਸਿਕਿਉਰਿਟੀ ਚਾਹੀਦੀ ਆ। ਉਹ ਤੇ ਡਬਲ ਮਤਲਬ ਪੁਲਿਸ ਲੱਗ ਜਾਣੀ, ਪ੍ਰਸ਼ਾਸਨ ਲੱਗ ਜਾਣਾ। ਇੱਕ ਚੰਡੀਗੜ੍ਹ ਤਰੀਕ ਪਾ ਦੇਣੀ, ਇੱਕ ਫਰੀਦਕੋਟ। ਅੱਜ ਇੱਕ ਫਰੀਦਕੋਟ ਤਰੀਕ ਆ, ਕੱਲ੍ਹ ਨੂੰ ਚੰਡੀਗੜ੍ਹ ਆ। ਸੋ ਮੈਂ ਆਪਣੀ ਸਮਰੱਥਾ ਮੁਤਾਬਕ ਜੇ ਜਾਣਾ ਚਾਹਾਂ ਵੀ ਅੱਜ ਇੱਥੋਂ 4 ਵਜੇ ਫੈਸਲਾ ਹੁੰਦਾ, ਤੜਕੇ 10 ਵਜੇ ਚੰਡੀਗੜ੍ਹ ਆਉਣਾ, ਉਧਰ ਚੱਲ ਜਾਣਾ, ਇੱਧਰੋਂ ਚੰਡੀਗੜ੍ਹ ਨੂੰ ਫਿਰ ਇੱਥੇ ਆਉਣਾ। ਮਤਲਬ ਖੱਜਲ ਖੁਆਰੀ ਹੈ ਜਿਹੜੀ ਰਾਹਾਂ ਦੇ ਵਿੱਚ ਹੁੰਦੀ ਆ, ਪੁਲਿਸ ਵੱਲੋਂ ਰੋਕ ਕੇ ਪਰੇਸ਼ਾਨ ਕਰਨਾ। ਸੋ ਇਹੋ ਜਿਹੀਆਂ ਮੁਸ਼ਕਲਾਂ ਦਾ ਬਹੁਤ ਸਾਹਮਣਾ ਕਰਨਾ ਪਿਆ। ਪਰ ਉਸ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਮਨ 'ਚ ਇੱਕ ਆਸ ਰੱਖੀ ਸੀ ਲੋਕਾਂ ਨੂੰ ਜਾਗਰੂਕ ਕਰਨ ਦੀ, ਇਸ ਗੋਲੀ ਕਾਂਡ ਤੇ, ਇਸ ਬੇਅਦਬੀ ਤੇ ਇਨਸਾਫ ਦਿਵਾਉਣ ਦੀ ਜਿਹੜੀ ਆਸ ਲੈ ਕੇ ਮੈਂ ਚੱਲਿਆ ਸੀ, ਉਹਦੇ ਤੇ ਇਸ ਸਮੇਂ ਦੀ ਸਰਕਾਰ ਨੇ ਇੰਨਾ ਕੁ ਪਾਣੀ ਫੇਰਤਾ ਕਿ ਦੁਬਾਰਾ ਕੋਈ ਉੱਠ ਕੇ ਕੇਸ ਲੜਨ ਲਈ ਕਦੇ ਵੀ ਤਿਆਰ ਨਹੀਂ ਹੋਊਗਾ। ਉਹ ਚਾਹੇ ਪੀੜਤ ਪਰਿਵਾਰ ਹੋਣ, ਚਾਹੇ ਗਵਾਹ ਹੋਣ। ਗਵਾਹਾਂ ਦੀ ਗੱਲ ਕਰਦੇ ਵੀ 3 ਤਾਂ ਜਸਟਿਸ ਬਣ ਜਾਂਦੇ ਆ 'ਚ, ਇੱਕ ਪਬਲਿਕ ਕਮਿਸ਼ਨ ਹੋ ਜਾਂਦਾ, 2 ਸਰਕਾਰੀ ਹੁੰਦੇ ਆ, ਮਤਲਬ ਸਰਕਾਰ ਵੱਲੋਂ ਬਣਾਏ। ਜਸਟਿਸ ਜੋਰਾ ਅਕਾਲੀਆਂ ਵੱਲੋਂ ਬਣਾਇਆ ਜਾਂਦਾ ਤਾਂ ਉਹਦੀ ਉਹ ਰਿਪੋਰਟ ਹੀ ਨਹੀਂ ਫੜਦੇ। ਜਸਟਿਸ ਰਣਜੀਤ ਸਿੰਘ ਦੀ ਜਿਹੜੀ ਰਿਪੋਰਟ ਆ ਉਹਦੇ ਤੇ ਜੇ ਅੱਜ ਗੱਲਬਾਤ ਕਰਦੇ ਆ, ਵਿਧਾਨ ਸਭਾ ਸੈਸ਼ਨ ਬਹਿੰਦਾ, ਸੈੱਟ ਬਣਾਈ ਜਾਂਦੀ ਆ, ਤਾਂ ਜਿਹਦੇ ਤੇ ਇਨਵੈਸਟੀਗੇਸ਼ਨ ਚੱਲਦੀ ਆ, ਉਹਦੇ ਲਈ ਗਵਾਹ ਜਿਹੜੇ ਮੰਨ ਲਓ ਜਸਟਿਸ ਜੋਰਾ ਸਿੰਘ ਕੋਲੇ ਜੇ ਪਹੁੰਚ ਕੀਤੀ ਸੀ ਤਾਂ ਇਹਦੇ 'ਚ ਮੈਨੂੰ ਲੱਗਦਾ 10, 15, 20, 50 ਘੱਟ ਹੀ ਹੋਣਗੇ। ਤੇ ਜੇ ਅੱਜ ਆਪਾਂ ਨਵੀਂ ਦੀ ਗੱਲ ਕਰਦੇ ਵੀ 3 ਸਾਲ ਦਾ ਸਮਾਂ ਲੋਕਾਂ ਨੂੰ ਪਹਿਲਾਂ ਹੀ ਲਮਕਦਿਆਂ ਹੋ ਗਿਆ, ਤੇ ਅੱਜ ਨਵੀਂ ਸੈੱਟ ਬਣ ਕੇ ਲੋਕਾਂ ਕੋਲੇ ਆਊਗੀ ਤਾਂ ਲੋਕ ਕੋਈ ਨਹੀਂ ਨਾਲ ਤੁਰਨਗੇ। ਲੋਕ ਇਹ ਗੱਲ ਕਹਿ ਚੁੱਕੇ ਆ ਵੀ ਸਾਨੂੰ ਇਹ ਚਾਹੀਦਾ ਨਹੀਂ ਯਾਰ, ਜੇ ਕਿਸੇ ਨੇ ਹੱਲ ਕਰਨਾ ਸਿੱਧਾ ਹੱਲ ਕਰਕੇ ਆ ਜੇ, ਫਿਰ ਅਸੀਂ ਵੋਟਾਂ ਪਾਵਾਂਗੇ। ਸੋ ਇਹ ਲੋਕਾਂ ਦੇ ਮਨਾਂ ਦੇ ਵਿੱਚ ਇੰਨਾ ਕੁ ਰੋਸ ਇਹਨਾਂ ਨੇ ਭਰਤਾ ਵੀ ਲੋਕਾਂ ਦੇ ਮਨਾਂ ਦੇ ਅੱਜ ਫਿਰ ਦਰਦ ਹਰੇ ਕਰਤੇ ਵੀ ਜਿਹੜੀ ਇੱਕ ਅਫਸਰ ਤੋਂ ਲੋਕਾਂ ਨੇ ਆਸ ਰੱਖੀ ਸੀ ਨਾ ਵੀ ਇਹ ਸਾਨੂੰ ਇਨਸਾਫ ਲੈ ਕੇ ਦੇਊਗਾ, ਅੱਜ ਇਹਨਾਂ ਨੇ ਉਹ ਇਨਸਾਫ ਆ ਜਿਹੜੀ ਆਸ ਆ ਜਿਹੜੀ ਉਹ ਜਮਾਂ ਬਿਲਕੁਲ ਮੱਧਮ ਕਰਤੀ, ਜ਼ੀਰੋ ਕਰਤੀ, ਜਿਹਦੇ 'ਚ ਉਹਨਾਂ ਨੂੰ ਕੋਈ ਆਸ ਨਹੀਂ ਰਹੀ ਇਸ ਨਿਆਂ ਪ੍ਰਣਾਲੀ ਤੋਂ। ਤੇ ਦੂਜਾ ਆਪਾਂ ਗੱਲ ਕਰਦੇ ਵੀ ਇਨਵੈਸਟੀਗੇਸ਼ਨ ਇੰਨੀ ਕੁ ਮਤਲਬ ਸਹੀ ਜਾ ਰਹੀ ਆ, ਸਾਰਾ ਕੁਝ 'ਚ ਮੈਂਸ਼ਨ ਕੀਤਾ ਵੀ ਕਿਹਦੀਆਂ ਕਾਲਾਂ ਹੋਈਆਂ, ਕਿਵੇਂ ਹੋਈਆਂ। ਮੇਰੇ ਐਡਵੋਕੇਟ ਸਰਦਾਰ ਹਰਪਾਲ ਸਿੰਘ ਜੀ ਖਾਰਾ, ਤੁਸੀਂ ਉਹਨਾਂ ਨਾਲ ਗੱਲ ਵੀ ਕੀਤੀ, ਉਹਨਾਂ ਨੇ ਸਾਰਾ ਜਨਤਕ ਵੀ ਕੀਤਾ, ਦੱਸਿਆ ਵੀ ਹੈ, ਕਿਉਂਕਿ ਕਾਗਜ਼ਾਂ ਜਿਹੜੇ ਸਾਰੇ ਉਹਨਾਂ ਕੋਲੇ ਪਏ ਆ, ਚਲਾਨ ਵਗੈਰਾ। ਸੋ ਉਹਨਾਂ ਨੇ ਵੀ ਉਹ ਬਖੂਬੀ ਚੰਗੀ ਤਰ੍ਹਾਂ ਜਾਣਦੇ ਆ ਵੀ ਕਿੰਨਾ ਕੁ ਨੇੜੋਂ ਉਹਨਾਂ ਨੇ ਕੇਸ ਲੜਿਆ ਸੀ, ਕਿਵੇਂ ਲੜਿਆ ਸੀ, ਤੇ ਉਹ ਕਿਵੇਂ ਉਹਨਾਂ ਨੇ ਜ਼ੀਰੋ ਕੀਤਾ, ਉਹ ਸਾਰਾ ਉਹ ਵੀ ਉਹਨਾਂ ਨੇ ਵੀ ਤੁਹਾਨੂੰ ਦੱਸਿਆ ਹੀ ਆ। ਕੋਈ ਥ੍ਰੈਟ ਕਾਲ ਆਈ ਹੋਵੇ ਜਾਂ ਫੋਨ ਵਗੈਰਾ ਇਦਾਂ ਦੀ ਕੋਈ ਹੁਣ ਘਟਨਾ ਹੋਈ ਆ? ਨਹੀਂ, ਹਜੇ ਤੱਕ ਤਾਂ ਜੇ ਕੋਈ ਥ੍ਰੈਟ ਕਾਲ ਦੀ ਗੱਲ ਕਰਦੇ ਆ, ਦੇਖੋ ਖੱਜਲ ਖੁਆਰੀ ਜ਼ਰੂਰ ਹੁੰਦੀ ਆ। ਜੇ ਆਪਾਂ ਹੁਣ ਹਾਈ ਕੋਰਟ ਦੇ ਫੈਸਲੇ ਦੀ ਗੱਲ ਕਰਦੇ ਆ, ਮੇਰਾ ਇੱਕ ਇੰਨਾ ਕੁ ਰਾਈਟ ਤਾਂ ਬਣਦਾ ਯਾਰ, ਜਿਹੜੇ ਨੇ ਗਲਤ ਕੀਤਾ ਉਹਦੇ ਸਾਹਮਣੇ ਮੈਂ ਇੱਕ ਬਿਨਾਂ ਬੋਲੇ ਤੋਂ ਉਹਨੂੰ ਪੰਪਲੇਟ ਦਿਖਾ ਤਾਂ ਸਕਦਾ। ਸੋ ਉਹਦੇ ਲਈ ਵੀ ਹਾਈ ਕੋਰਟ ਜਾਂਦੇ ਤਾਂ ਉੱਥੇ ਜਾਣ ਨਹੀਂ ਦਿੱਤਾ ਜਾਂਦਾ। ਉੱਥੇ ਜਾ ਕੇ ਵੀ ਸਾਨੂੰ ਪ੍ਰੋਟੈਸਟ ਕਰਨ ਦੀ ਜਿਹੜੀ ਆ, ਇੱਕ ਕਹਿ ਸਕਦੇ ਨੇ ਵੀ ਇੱਥੇ ਪ੍ਰੋਟੈਸਟ ਆਪਾਂ ਕਰ ਸਕਦੇ ਹਾਂ। ਇਹ ਸਾਰਾ ਧੱਕਾ ਹੋਇਆ, ਸਾਨੂੰ ਉਹ ਵੀ ਨਹੀਂ ਅੱਜ ਕਰਨ ਦਿੱਤਾ ਜਾ ਰਿਹਾ। ਮੈਂ ਕੱਲ੍ਹ ਹਾਈ ਕੋਰਟ ਤੋਂ ਜਾ ਕੇ ਆਇਆ ਗਾ, ਉੱਥੇ ਵੀ ਸਾਨੂੰ ਰੋਕਿਆ ਗਿਆ, ਨਾਲ ਜਥੇਬੰਦੀਆਂ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਸੋ ਇੱਦਾਂ ਦੀਆਂ ਹਰਕਤਾਂ ਜੇ ਆਹ ਸਰਕਾਰ ਕਰ ਰਹੀ ਆ ਤਾਂ ਇਹ ਆਪਾਂ ਇਹ ਕਹਿ ਸਕਦੇ ਆ ਵੀ ਕਰਨ ਵਾਲਿਆਂ ਦਾ ਕੀਤਾ ਲੋਕ ਜਾਣਦੇ ਆ, ਪਰ ਇਹ ਬਚਾਉਣ ਵਿੱਚ ਉਹਨਾਂ ਤੋਂ ਜ਼ਿਆਦਾ ਭਾਈਵਾਲਤਾ ਜੀ। ਜੇ ਇਹ ਸਾਰੇ ਜਿਹੜੀ ਘਟਨਾ ਹੋਈ ਆ ਜਾਂ ਹੁਣ ਜਿਹੜਾ ਇਹ ਸਾਰਾ ਮਾਮਲਾ ਚੱਲ ਰਿਹਾ, ਜਿਹੜੀਆਂ ਸਿੱਖ ਜਥੇਬੰਦੀਆਂ, ਚਾਹੇ ਉਹ ਕੋਈ ਵੀ ਹੋ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਉਹਨਾਂ ਦਾ ਕੀ ਰੋਲ ਰਿਹਾ? ਉਹਨਾਂ ਦੇ ਰੋਲ ਬਾਰੇ ਤੁਸੀਂ ਕੀ ਸਮਝ ਰੱਖਦੇ ਹੋ ਜਾਂ ਕੀ ਸੋਚਦੇ? ਦੇਖੋ, ਜਥੇਬੰਦੀਆਂ ਦੇ ਰੋਲ ਦੀ ਆਪਾਂ ਗੱਲ ਕਰੀਏ ਵੀ ਜਥੇਬੰਦੀਆਂ ਦਾ ਜਿਹੜਾ ਰੋਲ ਸਹੀ ਹੋਣਾ ਚਾਹੀਦਾ ਸੀ, ਜਿਵੇਂ ਆਪਾਂ ਕਹਿ ਦਈਏ ਨਾ ਵੀ ਆਪਾਂ ਇਕੱਲੇ ਗੁਰੂ ਨੂੰ ਮੰਨਣ ਵਾਲੇ ਆ ਤੇ ਆਪਣੇ ਝੰਡੇ ਪਾਸੇ ਰੱਖਣੇ ਸੀ, ਸਾਡੇ ਜਥੇਬੰਦੀਆਂ 'ਚ ਵੀ ਉਹੀ ਹੈ।
ਪ੍ਰੋਬਲਮ ਸਿਆਸੀ ਧਿਰਾਂ ਵਾਲੀ ਸਾਡੇ ਜਥੇਬੰਦੀਆਂ 'ਚ ਵੀ ਆ ਵੀ ਅਸੀਂ ਆਪਣਾ ਝੰਡਾ ਅੱਗੇ ਰੱਖ ਕੇ ਚੱਲਦੇ ਹਾਂ ਵੀ ਦੂਸਰੀ ਜਥੇਬੰਦੀ ਨੂੰ ਅਸੀਂ ਉਹ ਪਿੱਛੇ ਨੀਵਾਂ ਦਿਖਾਉਣ ਦੀ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਕੀਤਾ। ਕਦੇ ਸਾਡੀਆਂ ਜਥੇਬੰਦੀਆਂ 'ਚ ਇਹ ਫਰੰਟ ਨਹੀਂ ਬਣਿਆ, ਜੇ ਇੱਕ ਬਣਿਆ ਸੀ ਤਾਂ ਉਹਦੇ 'ਚ ਉਹ ਜਿਹਦੇ ਥਰੂ ਬਣਿਆ ਸੀ ਉਹਨਾਂ ਨੇ ਵੀ ਜ਼ੀਰੋ ਕਰਤਾ। ਮੈਂ ਇੱਥੇ ਗੱਲ ਕਰਦਾ ਵੀ ਬਗਰਾੜੀ ਮੋਰਚੇ ਤੇ ਆ ਜਾਂਦੀ ਆ ਬਿਲਕੁਲ ਕਿ ਸਾਰੀਆਂ ਜਥੇਬੰਦੀਆਂ ਨੇ ਉੱਥੇ ਸਮਰਥਨ ਕੀਤਾ। ਪਹਿਲੀ ਵਾਰ ਹੋਇਆ ਵੀ ਜਿੰਨੀਆਂ 15 20 50 ਜਥੇਬੰਦੀਆਂ ਸੀਗੀਆਂ ਵੱਡੇ ਲੈਵਲ ਦੀਆਂ ਸੀ, ਖਾਲਿਸਤਾਨੀ ਧਿਰਾਂ ਸੀਗੀਆਂ ਜਾਂ ਪੰਜਾਬ ਦੇ ਹਿੱਤਾਂ ਵਾਲੀਆਂ ਗੁਰੂ ਗ੍ਰੰਥ ਪੰਥ ਨੂੰ ਸਮਰਪਿਤ ਧਿਰਾਂ ਸੀਗੀਆਂ, ਉਹ ਸਾਰੀਆਂ ਇੱਕ ਬਗਰਾੜੀ ਮੋਰਚੇ ਨੂੰ ਸਮਰਪਿਤ ਹੋਈਆਂ ਸੀ ਤੇ ਉਹਦੇ ਵਿੱਚ ਉਹਨਾਂ ਨੇ ਆਪਣਾ ਰੋਲ ਨਿਭਾਉਣਾ ਚਾਹਿਆ ਵੀ ਏਕਤਾ ਦਾ ਸਬੂਤ ਦਿੱਤਾ। ਪਰ ਉੱਥੇ ਜਿਹੜੀ ਡਿਕਟੇਟਰਸ਼ਿਪ ਜਿਹਦੇ ਹੱਥ ਸੀ ਉਹ ਛੱਡ ਕੇ ਤੁਰ ਗਏ ਤੇ ਜਿਹਦੇ ਨਾਲ ਸਰਕਾਰ ਨੂੰ ਪਤਾ ਲੱਗ ਗਿਆ ਵੀ ਇਹ ਬੰਦੇ ਖੁਦ ਵੀ ਇਨਸਾਫ ਲੈਣ ਦੇ ਵਿੱਚ ਇੰਟਰਸਟਡ ਨਹੀਂ ਹੈਗੇ, ਖੁਦ ਵੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਵਿੱਚ ਇੰਟਰਸਟਡ ਨਹੀਂ ਹੈਗੇ ਤੇ ਉਹਨਾਂ ਨੇ ਤਾਂ ਸਾਡੇ ਨਾਲ ਖੇਡਣਾ ਹੀ ਖੇਡਣਾ ਕਿਉਂਕਿ ਖੁਦ ਅਸੀਂ ਪਾਟੇ ਹੋਏ ਹਾਂ। ਜੇ ਹੁਣ ਆਪਾਂ ਆਹ ਜਗ੍ਹਾ ਦੀ ਗੱਲ ਕਰਦੇ ਹਾਂ ਜਿੱਥੇ ਆਪਾਂ ਖੜੇ ਆ, ਇੱਥੇ ਹੀ ਗੋਲੀ ਚੱਲਦੀ ਆ, ਇੱਥੇ ਹੀ ਤੁਹਾਡੇ ਪਿਤਾ ਦੀ ਸ਼ਹੀਦੀ ਹੁੰਦੀ ਆ ਜੀ। ਇੱਥੋਂ ਜਦੋਂ ਲੰਘਦੇ ਹੋ ਜਾਂ ਆਮ ਤੌਰ ਤੇ ਜਿਹੜੀਆਂ ਤੁਹਾਡੀਆਂ ਮੁਲਾਕਾਤਾਂ ਆਈਆਂ ਇੱਥੇ ਹੁੰਦੀਆਂ ਵੀ ਆ, ਹਨਾ, ਸ਼ੂਟ ਹੁੰਦਾਗਾ, ਕੀ ਸੋਚਦੇ ਹੋ, ਕੀ ਮਨ ਦੇ ਵਿੱਚ ਗੱਲ ਆਉਂਦੀ ਆ? ਕਿਉਂਕਿ ਲੰਮਾ ਸਮਾਂ ਹੋ ਗਿਆ, ਕਿੰਨੇ ਸਿਸਟਮ ਵੇਚਦੀ ਤੁਸੀਂ ਲੰਘੇ ਹੋ, ਉਧਰੋਂ ਅਦਾਲਤ ਵੀ ਜਾਂਦੇ ਰਹੇ ਹੋ, ਵਕੀਲਾਂ ਦੇ ਵੀ ਚੱਕਰ, ਸਰਕਾਰੀ ਦਫ਼ਤਰਾਂ ਦੇ ਵੀ ਚੱਕਰ, ਕੀ ਸੋਚਦੇ ਹੋ? ਬਈ ਇੱਥੋਂ ਲੰਘਣਾ ਨਾ ਜਿਹੜਾ ਬਹੁਤ ਮੁਸ਼ਕਲ ਹੁੰਦਾ। ਰਾਹ ਮੇਰਾ ਇਹੀ ਆ, ਮੇਰੇ ਲਈ ਤਾਂ ਨਿੱਤ ਉਹ ਚੀਜ਼ ਹਰੀ ਹੁੰਦੀ ਆ ਜਾਂ ਨਿੱਤ ਉਹ ਗੋਲੀ ਕਾਂਡ ਵਾਪਰਦਾ ਇੱਕ ਹਿਸਾਬ ਨਾਲ। ਜਦੋਂ ਮੈਂ ਲੰਘਦਾ ਮੇਰੇ ਅੱਜ ਵੀ ਯਾਦ ਆ ਵੀ ਇੱਥੇ ਮੇਰੇ ਬਾਪੂ ਦੀ ਜਦੋਂ ਸ਼ਹੀਦੀ ਹੁੰਦੀ ਆ ਤਾਂ ਇੱਥੇ ਸੀਗੇ, ਇੱਧਰ ਕਮਰਾ ਸੀਗਾ, ਇੱਥੇ ਗੁਰਜੀਤ ਵੀਰਾ ਸੀਗਾ, ਦੋਨਾਂ ਦੀ ਮਤਲਬ ਇੱਕੋ ਗੋਲੀ ਦੇ ਨਾਲ, ਜੇ ਆਪਾਂ ਕਹਿ ਦਈਏ ਵੀ ਇੱਕੋ ਪੁਲਿਸ ਵਾਲੇ ਦੀ ਗੋਲੀ ਦੇ ਨਾਲ ਜਿਹੜੀ ਮੌਤ ਹੁੰਦੀ ਆ ਇੱਥੇ, ਇਹਨਾਂ ਦੀ ਭਾਸ਼ਾ ਦੇ ਵਿੱਚ ਕਤਲ ਹੁੰਦਾ। ਸੋ ਮੈਂ ਜਦੋਂ ਵੀ ਇੱਥੋਂ ਲੰਘਦਾ ਤਾਂ ਮੈਨੂੰ ਇਹ ਇੱਕ ਆਪਣੇ ਆਪ 'ਚ ਕਹਿ ਲਓ ਵੀ ਇੱਕ ਗਿਲਟੀ ਵੀ ਫੀਲ ਹੁੰਦਾ ਯਾਰ ਬਈ ਮੈਂ ਅੱਜ ਇਹਨਾਂ ਨੇ ਕਾਂਡ ਕੀਤਾ 4 ਦਿਨਾਂ 'ਚ। 2015 ਦੇ ਵਿੱਚ 12 ਨੂੰ ਜਿਹੜੀ ਬੇਅਦਬੀ ਹੁੰਦੀ ਆ, ਧਰਨੇ ਲੱਗ ਜਾਂਦੇ ਆ, 14 ਨੂੰ ਗੋਲੀ ਕਾਂਡ ਹੋ ਜਾਂਦਾ। 3-4 ਦਿਨ ਦਾ ਸਮਾਂ ਸੀ ਜਿਹਦੇ 'ਚ ਇਹਨਾਂ ਨੇ ਸਾਰਾ ਕੁਝ ਖਤਮ ਕਰਤਾ। ਸੋ ਮੇਰੀ ਦੁਨੀਆ ਜਿਹੜੀ ਸੀ ਇੱਕ ਲਾਈਫ ਸੀ, ਮੈਂ ਬਾਹਰ ਰਹਿੰਦਾ ਸੀ, ਉਸ ਹਿਸਾਬ ਦੇ ਨਾਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਆ, ਉਹਨੂੰ ਇੱਕ ਦਿਨ ਦੇ ਵਿੱਚ ਯੂ ਟਰਨ ਦੇਣਾ ਮੇਰੇ ਲਈ ਵੀ ਬਹੁਤ ਔਖਾ ਸੀ। ਪੰਥਕ ਸਫ਼ਿਆਂ ਦੇ ਵਿੱਚ ਵਿਚਰਨਾ ਹੋ ਗਿਆ। ਇੱਥੇ ਜਦੋਂ ਲੰਘਦਾ ਵੀਰੇ ਹਰ ਵਾਰ ਇਹ ਮਨ ਨੂੰ ਫੀਲ ਹੁੰਦਾ ਯਾਰ ਬਈ ਮੈਂ ਇੰਨਾ ਕੁ ਨਕੰਮਾ ਹੋ ਗਿਆ ਵੀ ਮੇਰੇ ਬਾਪੂ ਦਾ ਸ਼ਰੇਆਮ ਕਤਲ ਹੋਇਆ ਹੋਵੇ, 150-200 ਗਵਾਹ ਹੋਵੇ ਤੇ ਕਾਤਲ ਹਜੇ ਵੀ ਬਾਹਰ ਫਿਰਦੇ ਹੋਣ। ਸੋ ਕਿਤੇ ਨਾ ਕਿਤੇ ਫਿਰ ਸਿਸਟਮ ਤੇ ਉਂਗਲ ਚੱਕੀ ਜਾਂਦੀ ਆ ਵੀ ਇਹ ਸਿਸਟਮ ਹੀ ਰਲਿਆ ਮਿਲਿਆ, ਇਹਨਾਂ ਨੂੰ ਕਿਸੇ ਦੀਆਂ ਭਾਵਨਾਵਾਂ ਨਾਲ ਨਹੀਂ ਆ, ਇਹਨਾਂ ਨੂੰ ਗ੍ਰੰਥ ਦੀ ਬੇਅਦਬੀ, ਇਸ਼ਟ ਦੀ ਬੇਅਦਬੀ ਹੋਈ ਨਾਲ ਨਹੀਂ ਆ, ਇਹਨਾਂ ਨੂੰ ਕਿਸੇ ਦੇ ਬਾਪ ਦੇ ਜਾਨ ਨਾਲ ਨਹੀਂ ਆ, ਕਿਸੇ ਦਾ ਪੁੱਤਰ ਦੇ ਜਾਨ ਨਾਲ ਨਹੀਂ ਆ। ਸੋ ਇਹ ਚੀਜ਼ ਆਪਣੀ ਵੋਟਾਂ ਲਈ ਵਰਤਦੇ ਆ ਵੀਰੇ, ਤੇ ਵੋਟਾਂ ਲਈ ਲੋਕਾਂ ਨੂੰ ਵਰਤ ਕੇ ਲੋਕਾਂ ਨੂੰ ਗੁੰਮਰਾਹ ਕਰ ਜਾਂਦੇ ਆ। ਪਰ ਮੈਂ ਲੋਕਾਂ ਨੂੰ ਹੁਣ ਕਹਿਣਾ ਚਾਹੁੰਦਾ ਯਾਰ ਥੋੜ੍ਹੇ ਜਿਹਾ ਆਪਾਂ ਸੰਭਲ ਜਾਓ। ਪੰਜਾਬ ਦੀ ਵਾਂਗਡੋਰ ਆਪਾਂ ਇਹਨਾਂ ਰਵਾਇਤੀ ਪਾਰਟੀਆਂ ਦੇ ਹੱਥ 'ਚ 47 ਤੋਂ ਹੀ ਦਿੱਤੀ ਹੋਈ ਹੈ ਤੇ ਸਾਡੇ ਨਾਲ ਉਦੋਂ ਦੇ ਧੱਕੇ ਹੀ ਹੁੰਦੇ ਆਏ ਆ। ਗੋਰਿਆਂ ਤੋਂ ਤਾਂ ਪੰਜਾਬ ਆਜ਼ਾਦ ਆਪਾਂ ਕਰਵਾਇਆ ਸੀਗਾ ਆਪਣੀ ਖੁਸ਼ਹਾਲੀ ਲਈ, ਪਰ ਇਹ ਜਿਹੜੇ ਕਾਲੇ ਪੰਜਾਬ ਵਾਲੇ ਪੰਜਾਬ ਤੇ ਰਾਜ ਕਰੀ ਜਾਂਦੇ ਆ, ਇਹ ਉਦੋਂ ਵੀ ਭੈੜੇ ਆ, ਉਦੋਂ ਵੀ ਜ਼ਿਆਦਾ ਪੰਜਾਬ ਨੂੰ ਬਰਬਾਦ ਕਰਨ ਤੇ ਤੁਲੇ ਹੋਏ ਆ। ਉਹ ਚਾਹੇ ਰਵਾਇਤੀ ਪਾਰਟੀਆਂ ਕਾਂਗਰਸ ਆ, ਚਾਹੇ ਅਕਾਲੀ ਆ, ਤੇ ਚਾਹੇ ਇਹਨਾਂ ਦੇ ਉੱਪਰ ਜੇ ਭਾਜਪਾ ਦੀ ਗੱਲ ਕਰਦੇ ਆ ਤਾਂ ਉਹ ਗਾਂ ਭਾਜਪਾ ਵੀ ਪੂਰੇ ਪੰਜਾਬ ਦੇਸ਼ ਨੂੰ ਵੇਚਣ ਤੇ ਲੱਗੀ ਹੋਈ ਆ। ਸੋ ਸਾਨੂੰ ਇਹਨਾਂ ਤੋਂ ਕਿਨਾਰਾ ਕਰਨ ਲਈ ਇੱਕ ਨੌਜਵਾਨਾਂ ਨੂੰ ਅੱਗੇ ਆਉਣਾ ਪਊਗਾ ਵੀ ਆਪਣੇ ਪੰਜਾਬ ਦੇ ਮਸਲੇ ਦਾ ਘੱਟ ਤੋਂ ਘੱਟ ਆਪਾਂ ਸਹੀ ਰੱਖੀਏ, ਪੰਜਾਬ ਤਾਂ ਆਪਾਂ ਸਿੱਧੇ ਰਾਹਾਂ ਤੇ ਰੱਖੀਏ ਜੀ। ਪਰਿਵਾਰਕ ਮੈਂਬਰ ਕੀ ਸੋਚਦੇ ਨੇ? ਪਰਿਵਾਰ ਦੇ ਵਿੱਚ ਵੀ ਗੱਲਬਾਤ ਅਕਸਰ, ਚਲੋ ਇੱਕ ਇਹ ਤੁਹਾਡੇ ਪਿਤਾ ਸੀਗੇ, ਤੁਸੀਂ ਆਪਣੇ ਪਿਤਾ ਬਾਰੇ, ਹਰ ਪੁੱਤਰ ਆਪਣੇ ਪਿਤਾ ਬਾਰੇ ਬਹੁਤ ਵੱਡੀਆਂ ਚੀਜ਼ਾਂ ਸੋਚਦਾ ਗਾ, ਹਰ ਪੁੱਤਰ ਆਪਣੇ ਪਿਤਾ ਨੂੰ ਆਪਣਾ ਆਦਰਸ਼ ਮੰਨਦਾ ਗਾ। ਪਰਿਵਾਰ ਦੇ ਵਿੱਚ ਵੀ ਗੱਲਾਂ ਬਾਤਾਂ ਹੁੰਦੀਆਂ, ਰਿਸ਼ਤੇਦਾਰਾਂ ਦੇ ਵਿੱਚ ਵੀ ਗੱਲਾਂ ਬਾਤਾਂ ਹੁੰਦੀਆਂ, ਕਦੇ ਇਹ ਗੱਲ ਨਹੀਂ ਨਿਕਲ ਕੇ ਸਾਹਮਣੇ ਆਈ ਵੀ ਛੱਡ ਯਾਰ ਬਹਿ ਜਾਂਦੇ ਆ ਘਰੇ, ਕੁਝ ਨਹੀਂ ਹੋਣ ਵਾਲਾ? ਬਾਈ ਜੀ ਅੱਜ ਵੀ ਇਹ ਗੱਲਾਂ ਆਉਂਦੀਆਂ, ਅੱਜ ਵੀ ਮੇਰੇ ਤੇ, ਮੈਂ ਕੱਲ ਕਹਾਂ ਮੇਰੇ ਤੇ ਪਰਿਵਾਰ, ਮੇਰਾ ਰਿਸ਼ਤੇਦਾਰ ਹੱਸਦੇ ਹੀ ਹੋਣਗੇ। ਉਹ ਮੈਨੂੰ ਕਹਿੰਦੇ ਸੀਗੇ ਯਾਰ ਛੱਡ, ਤੂੰ ਕਿੱਧਰ ਤੁਰਿਆ ਫਿਰਦਾ, ਵੀ ਤੂੰ ਚੰਗਾ ਬਾਹਰ ਅੰਦਰ ਜਾਣ ਵਾਲਾ ਸੀਗਾ, ਤੂੰ ਕੀ ਲੈਣਾ? ਪਰ ਜ਼ਿਆਦਾ ਯਾਰ ਬੋਲਿਆ ਨਹੀਂ ਇਸ ਕਰਕੇ ਜਾਂਦਾ, ਬਈ ਭਾਵੁਕਤਾ ਇਹ ਕਰਕੇ ਆਉਂਦੀ ਆ ਮਨ 'ਚ ਵੀ ਮੈਨੂੰ ਸਾਰਿਆਂ ਨੇ ਕਿਹਾ ਵੀ ਮੈਂ ਫਿਰ ਆਪਣੇ ਆਪ 'ਚ ਇਹ ਚੀਜ਼ ਲੈ ਕੇ ਚੱਲਿਆ ਸੀ ਯਾਰ ਮੈਂ ਇਨਸਾਫ ਲੈ ਲੂੰਗਾ, ਤੇ ਮੈਨੂੰ ਉਹ ਕਹਿੰਦੇ ਸੀ ਵੀ ਤੇਰੇ ਪੱਲੇ ਕੱਖ ਨਹੀਂ ਪੈਣਾ। ਮੇਰੇ ਰਿਸ਼ਤੇਦਾਰ ਮੇਰੇ ਨਾਲ ਬੋਲਣੋਂ ਹਟੇ ਹੋਏ ਆ, ਪਰਿਵਾਰਾਂ 'ਚ ਮੈਂ ਨਹੀਂ ਬਹਿੰਦਾ ਕਿਉਂਕਿ ਵੀਰੇ ਬੈਠਿਆ ਜਾਂਦਾ ਨਹੀਂ, ਸਮਾਂ ਨਹੀਂ ਮਿਲਦਾ ਗਾ। ਇੱਥੋਂ ਅੱਜ ਫਰੀਦਕੋਟ ਆ, ਕੱਲ੍ਹ ਨੂੰ ਚੰਡੀਗੜ੍ਹ ਆ, ਪਰਸੋਂ ਅੰਮ੍ਰਿਤਸਰ ਆ, ਇੱਦਾਂ ਦੀਆਂ ਮਤਲਬ ਸੈੱਟ ਨਾਲ ਗੱਲਾਂ ਬਾਤਾਂ ਕਰਨੀਆਂ ਜਾਂ ਲੋਕਾਂ ਨੂੰ ਮਿਲਣਾ। ਤਕਰੀਬਨ ਰਾਤ ਨੂੰ 9-10 ਵਜੇ ਘਰੇ ਆਉਣਾ, ਆ ਕੇ ਫਿਰ ਸੁਬਾਹ ਤੜਕੇ 4-5 ਵਜੇ, 3 ਵਜੇ ਜਾਂ 9 ਵਜੇ 10 ਵਜੇ ਨਿਕਲ ਜਾਣਾ। ਸੋ ਸਮਾਂ ਨਹੀਂ ਹੁੰਦਾ ਸੀਗਾ ਤੇ ਲੋਕਾਂ ਦਾ, ਕਈਆਂ ਦਾ ਤਾਂ ਇਹ ਸੀ ਯਾਰ ਇਹ ਗੱਡੀ ਚੱਕਦਾ ਇੱਧਰ ਉੱਠ ਜਾਂਦਾ, ਵਿਹਲਾ ਤੁਰਿਆ ਫਿਰਦਾ। ਸੋ ਉਹ ਚੀਜ਼ਾਂ ਵੀ ਕਾਫੀ ਸੁਣਨ ਨੂੰ ਮਿਲੀਆਂ। ਪਰ ਵਾਕਈ ਅੱਜ ਮੈਂ ਕਹਿਣ ਲਈ ਮਜਬੂਰ ਹੋ ਗਿਆ ਯਾਰ ਲੋਕ ਵਾਕਈ ਸੱਚੇ ਸੀਗੇ ਜਿਹੜੇ ਕਹਿੰਦੇ ਸੀ ਨਾ ਜਾ। ਜੋ ਮੈਂ
ਬਾਪ ਤਾਂ ਗਵਾਇਆ ਹੀ ਗਵਾਇਆ ਸੀਗਾ ਤੇ ਮੈਂ ਆਪ ਦਾ ਜਿਹੜਾ ਆਰਥਿਕ ਤੇ ਨਿੱਜੀ ਵੀ ਆਪ ਦਾ ਨੁਕਸਾਨ ਕਰਾਇਆ, ਉਹ ਮੈਂ ਕਹਿ ਸਕਦਾ ਵੀ ਇਹਨਾਂ ਤੋਂ ਇਨਸਾਫ ਦੀ ਆਸ ਰੱਖ ਕੇ ਆਪ ਖੁਦ ਕੀਤਾ। ਆਈਜੀ ਸਾਹਿਬ ਨਾਲ ਹੁਣ ਬਾਅਦ ਦੇ ਵਿੱਚ ਗੱਲ ਹੋਈ ਹੈ ਕੁੰਵਰ ਵਿਜੇ ਪ੍ਰਤਾਪ ਜੀ ਨਾਲ? ਹਾਂਜੀ ਹੋਈ ਆ। ਉਹਨਾਂ ਦੇ ਮਤਲਬ ਅਸਤੀਫੇ ਤੋਂ ਬਾਅਦ ਦੀ ਗੱਲ ਹੀ ਹੋਈ ਸੀਗੀ ਥੋੜ੍ਹੀ ਬਹੁਤੀ, ਜਿਹਦੇ ਵਿੱਚ ਉਹਨਾਂ ਨੇ ਅਸਤੀਫਾ ਦਿੱਤਾ ਤੇ ਮੈਂ ਉਹਦੇ ਕਿਹਾ ਸੀ ਸਰ ਤੁਹਾਡੇ ਤੋਂ ਬਹੁਤ ਆਸਾਂ ਸੀਗੀਆਂ, ਤਾਂ ਉਹ ਕਹਿੰਦੇ ਯਾਰ ਜਦੋਂ ਮੈਂ ਇਸ ਸਿਸਟਮ 'ਚ ਰਹਿ ਕੇ ਮੈਨੂੰ ਇਸ ਨਿਆਂ ਪ੍ਰਣਾਲੀ ਤੇ ਆਸ ਨਹੀਂ ਰਹੀ ਤੇ ਤੁਸੀਂ ਕਿਉਂ ਆਸਾਂ ਰੱਖਦੇ ਹੋ, ਵੀ ਤੁਸੀਂ ਇਸ ਨਿਆਂ ਪ੍ਰਣਾਲੀ ਤੇ ਕਿਉਂ ਆਸ ਰੱਖਦੇ ਹੋ। ਸੋ ਇਦਾਂ ਦੀਆਂ ਗੱਲਾਂ ਕਰਕੇ ਉਹ ਕਹਿੰਦੇ ਵੀ ਜੇ ਤੁਹਾਨੂੰ ਕਿਤੇ ਲੱਗਦਾ ਵੀ ਮੈਂ ਗਲਤ ਕੀਤਾ, ਵੀ ਅਸਤੀਫਾ ਮੇਰੀ ਜਾਂਚ ਗਲਤ ਸੀ ਤੇ ਮੈਂ ਅਸਤੀਫਾ ਤਾਂ ਦਿੱਤਾ, ਤੁਹਾਨੂੰ ਲੱਗਿਆ ਮੈਂ ਨਹੀਂ ਜੀ ਜਾਂਚ ਸਹੀ ਸੀ ਤੇ ਇਸੇ ਕਰਕੇ ਤੁਰੇ ਰਹੇ ਆ, ਤਾਂ ਅੱਜ ਉਹਨਾਂ ਤੇ ਉਹ ਬਲੇਮ ਲਾ ਰਹੇ ਆ ਵੀ ਇਹਨਾਂ ਨੇ ਇੱਕ ਪੱਖਪਾਤੀ ਜਾਂਚ ਕੀਤੀ ਹੈ, ਇੱਕ ਪਾਸੇ ਜਾਂਚ ਕੀਤੀ ਹੈ। ਸੋ ਉਹ ਲਾਉਣ ਵਾਲਿਆਂ ਨੂੰ ਸ਼ਰਮ ਚਾਹੀਦੀ ਹੈ ਵੀ ਗੁਰੂ ਪਿਤਾ ਦੇ ਇਨਸਾਫ ਲਈ ਇੱਕ ਉਹ ਬੰਦਾ ਤੁਰਿਆ ਵੀ ਜਿਹੜਾ ਖੁਦ ਕਹਿ ਰਿਹਾ ਵੀ ਮੈਂ ਦਸਮ ਪਿਤਾ ਨੂੰ ਆਪਣਾ ਗੁਰੂ ਮੰਨਦਾ, ਆਪਣਾ ਬਾਪ ਮੰਨਦਾ, ਤੇ ਇਹ ਇਨਸਾਫ ਦੀ ਲੜਾਈ ਵੀ ਮੇਰੀ ਉਹਨਾਂ ਪ੍ਰਤੀ ਹੈ ਵੀ ਮੈਂ ਉਹਨਾਂ ਦੇ ਓਟ ਆਸਰਿਆਂ ਨਾਲ ਚੱਲ ਰਿਹਾ, ਮੈਂ ਕਿਸੇ ਪੋਲੀਟੀਸ਼ੀਅਨ ਦੇ ਦਬਾਅ ਕਰਕੇ ਨਹੀਂ ਚੱਲ ਰਿਹਾ। ਦੇਖੋ ਵੀਰੇ ਕਿਹਨੂੰ ਨੌਕਰੀ ਨਹੀਂ ਪਿਆਰੀ ਹੁੰਦੀ, ਇੱਕ IPS ਅਫਸਰ ਹੋਵੇ, ਆਪਾਂ ਮੰਨ ਲਈਏ ਵੀ ਲੱਖ ਰੁਪਈਆ ਤਾਂ ਤਨਖਾਹ ਹੋ ਸਕਦੀ ਆ ਨੋਰਮਲ ਜੀ, ਉਹ ਬੰਦਾ ਉਹ ਮਹੀਨੇ ਦਾ ਉਹ ਛੱਡ ਕੇ ਉਹਨੇ ਆਪਣੇ ਸਿਧਾਂਤ ਰੱਖੇ, ਉਹਨੇ ਗੁਰੂ ਦੀ ਬੇਅਦਬੀ ਤੇ ਗੋਲੀ ਚਲਾਉਣ ਵਾਲੇ ਜਾਂ ਪੰਜਾਬ ਦੇ ਵਿੱਚ ਧੱਕਾ ਕਰਨ ਵਾਲਿਆਂ ਦੇ ਨਾਲ ਹੱਥ ਨਹੀਂ ਮਿਲਾਇਆ, ਆਪਣੀ ਨੌਕਰੀ ਤੋਂ ਹੱਥ ਧੋਤਾ ਜਾਂ ਆਪਣੀ ਨੌਕਰੀ ਨੂੰ ਛੱਡਤਾ, ਤਾਂ ਆਪਾਂ ਸਮਝ ਸਕਦੇ ਹਾਂ ਵੀ ਬੰਦਾ ਕਿੰਨਾ ਕੁ ਦਰਦ ਲੈ ਕੇ ਚੱਲ ਰਿਹਾ ਹੋਊਗਾ ਉਹ ਪੰਜਾਬ ਪ੍ਰਤੀ ਤੇ ਜਾਂ ਪੰਜਾਬ ਦੇ ਲੋਕਾਂ ਨਾਲ ਹੋ ਰਹੇ ਧੱਕੇ ਪ੍ਰਤੀ। ਭਵਿੱਖ ਹੁਣ ਕੀ ਦੇਖਦੇ ਹੋ? ਭਵਿੱਖ ਦੇ ਵਿੱਚ ਕੁਝ ਰੌਸ਼ਨੀ ਦੀ ਕਿਰਨ ਦਿਖਾਈ ਦਿੰਦੀ ਹੈ ਕਿ ਹਨੇਰਾ ਹੀ ਹਨੇਰਾ ਗਾ, ਧੁੰਦਲਾ ਪਾਣੀ ਆ ਸਾਰੇ ਪਾਸੇ? ਭਾਈ ਜੀ ਖਤਮ ਹੋ ਗਿਆ, ਧੁੰਦਲਾ ਹੀ ਹੋ ਗਿਆ। ਰਿਸ਼ਤੇਦਾਰ ਤਾਂ ਜਿਹੜੇ ਮਤਲਬ ਉਹ ਗਿਲਾ ਨਹੀਂ ਹੈ ਮੈਨੂੰ ਵੀ ਰਿਸ਼ਤੇਦਾਰ ਗਏ ਆ, ਗਿਲਾ ਇਹ ਆ ਵੀ ਜਿਹੜੀ ਮੈਂ ਲੜਾਈ ਲੜ ਰਿਹਾ ਸੀਗਾ 4 ਸਾਲ ਦੇ ਵਿੱਚੋਂ ਜਿਹੜੀਆਂ ਆਸਾਂ ਵੱਜੀਆਂ ਸੀ ਮਨ ਦੇ ਉੱਤੇ ਵੀ ਹਾਂ ਇਹ ਵਾਕਈ ਦੋਸ਼ੀ ਆ, ਕਿਉਂਕਿ ਵੀਰੇ ਇੱਕ ਪਿਓ ਦਾ ਕਤਲ ਕੀਤਾ ਹੋਵੇ ਤੇ ਬੰਦਾ ਤੁਹਾਡੇ ਸਾਹਮਣੇ ਖੜਾ ਹੋਵੇ ਤੇ ਤੁਸੀਂ ਉਹਨੂੰ ਫਿਰ ਵੀ ਆਪਣੇ ਆਪ ਨੂੰ ਇੰਨਾ ਕੁ ਕੰਟਰੋਲ ਕਰਕੇ ਉੱਥੇ ਖੜੋ ਯਾਰ ਕੋਈ ਨਾ, ਜਿੱਥੇ ਖੜਾ ਇਹ ਕੋਰਟ 'ਚ ਖੜਾ ਇੱਥੋਂ ਆਪਾਂ ਨੂੰ ਇਨਸਾਫ ਮਿਲੂਗਾ, ਕਿਉਂਕਿ ਮੈਂ ਵੀ ਆਪਦਾ ਭਵਿੱਖ ਧੁੰਦਲਾ ਕਰ ਸਕਦਾ ਉਸ ਟਾਈਮ ਵੀ ਮੈਨੂੰ ਵੀ ਇਹ ਹੁੰਦਾ ਯਾਰ ਮੇਰੇ ਸਾਹਮਣੇ ਮੇਰੇ ਪਿਓ ਦਾ ਕਤਲ ਖੜਾ ਹੋਵੇ ਤੇ ਮੈਂ ਇਹਨੂੰ ਕਿਵੇਂ ਛੱਡ ਦਿਆਂ। ਉਹ ਚੀਜ਼ਾਂ ਮੇਰੇ ਮਨ 'ਚ ਵੀ ਬਹੁਤ ਆਈਆਂ, ਮੈਂ ਕਰ ਦਿੰਦਾ ਤੇ ਫਿਰ ਮੇਰੇ 'ਚ ਤੇ ਮਤਲਬ ਮੇਰਾ ਭਵਿੱਖ ਖੁਦ ਵੀ ਮਾੜਾ ਹੋ ਜਾਣਾ ਸੀ, ਪਰ ਇਹਨਾਂ ਨੇ ਉਹੀ ਚੀਜ਼ ਹੁਣ ਕਰਤੀ। ਮੈਂ ਅੱਜ ਉਹ ਚੀਜ਼ ਕੋਸਦਾ ਯਾਰ ਮੇਰੇ ਸਾਹਮਣੇ ਆ ਗਿਆ ਤੇ ਮੈਂ ਉਹਨੂੰ ਕਿਉਂ ਛੱਡਿਆ, ਜੇ ਮੈਨੂੰ ਪਹਿਲਾਂ ਹੀ ਇਹ ਮਤਲਬ ਪਿਓ ਵਾਲੇ ਕਤਲ ਦੇ ਹਿਸਾਬ ਨਾਲ ਇਹਨਾਂ ਦਾ ਕਤਲ ਕੀਤਾ ਹੁੰਦਾ ਤਾਂ ਅੱਜ ਨੂੰ ਇਹ ਹੋਣਾ ਸੀਗਾ ਵੀ ਲੋਕਾਂ ਦੇ ਵਿੱਚ, ਸਾਡੇ ਵਾਲਿਆਂ ਦੇ ਵਿੱਚ, ਜਥੇਬੰਦੀਆਂ ਦੇ ਵਿੱਚ ਇਹ ਹੋ ਜਾਣਾ ਸੀ ਵੀ ਯੋਧਾ ਜੰਪਿਆ, ਯੋਧਾ ਜੰਪਿਆ। ਸਾਡੇ ਵਾਲੇ ਯੋਧਾ ਉਹਨੂੰ ਕਹਿੰਦੇ ਆ ਜਿਹੜਾ ਬੰਦਾ ਮਾਰ ਮਰਾਈ ਤੇ ਆ ਜੇ ਵੀ ਇਹਨਾਂ ਨੂੰ ਖਤਮ ਕਰ ਦਈਏ, ਇਹਨਾਂ ਦੇ ਨਾਲ ਲੜ ਕੇ ਇਹਨਾਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਕੋਈ ਯੋਧਾ ਨਹੀਂ ਰਹਿੰਦਾ, ਉਹ ਬੰਦਾ ਆਪ ਵੀ ਟੁੱਟ ਜਾਂਦਾ ਤੇ ਲੋਕਾਂ ਦੀ ਨਿਗਾਹ 'ਚ ਵੀ ਟੁੱਟ ਜਾਂਦਾ। ਉਹ ਗੱਲ ਮੇਰੇ ਨਾਲ ਹੋ ਚੁੱਕੀ ਆ ਵੀ ਜੇ ਆਪਾਂ ਕਹਿੰਦੇ ਆ ਵੀ ਜੇ ਉਹਨਾਂ ਨੂੰ ਉਦੋਂ ਮੈਂ ਮਾਰ ਦਿੰਦਾ ਅੱਜ ਨੂੰ ਮੈਂ ਵੀ ਜੇਲ੍ਹ 'ਚ ਬੈਠਾ ਹੁੰਦਾ, ਕੋਈ 10 15 20 50 ਮੇਰੇ ਤੇ ਕੇਸ ਚੱਲਦੇ ਹੁੰਦੇ, ਫਿਰ ਉਹੀ ਸਾਡੇ ਵਾਲੀਆਂ ਜਥੇਬੰਦੀਆਂ ਦਾ ਤਰੀਕਾਂ ਤੇ ਇਕੱਠ ਹੋਇਆ ਕਰਨਾ ਸੀ, ਜਕਾਰੇ ਲੱਗਿਆ ਕਰਨੇ ਸੀਗੇ ਵੀ ਇਹਨੇ ਇਹ ਕੰਮ ਕੀਤਾ, ਬਹੁਤ ਤਕੜਾ ਕੰਮ ਕੀਤਾ। ਪਰ ਅੱਜ ਉਹ ਇਕੱਠ ਜੇ ਉਦੋਂ ਹੁੰਦਾ ਜਦੋਂ ਉਹ ਦੋਸ਼ੀ ਤਰੀਕਾਂ ਤੇ ਆਉਂਦੇ ਸੀ ਤਾਂ ਹੋ ਸਕਦਾ ਸੀ ਇਸ ਨਿਆਂ ਪ੍ਰਣਾਲੀ ਨੂੰ ਇਹ ਫੈਸਲੇ ਨਾ ਦੇਣੇ ਹੁੰਦੇ, ਨਾ ਦੇਣੇ ਪੈਣੇ, ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਣਾ ਸੀ ਪੰਜਾਬ ਦੇ ਲੋਕ ਜਾਗਦੇ ਆ, ਇਕੱਠ ਹੈ, ਇਹਨਾਂ ਦੇ ਨਾਲ ਸਾਨੂੰ ਜ਼ਿਆਦਤੀ ਨਹੀਂ ਕਰਨੀ ਪੈਣੀ ਵੀ ਹੁਣ ਇਹ ਉਹ ਨਹੀਂ ਰਹੇ। ਪਰ ਸਾਡੇ ਵਾਲੇ ਉੱਥੇ ਤਰੀਕਾਂ ਤੇ ਨਹੀਂ ਗਏ, ਨਹੀਂ ਇਹਨਾਂ ਨੇ ਇਕੱਠ ਦਿਖਾਇਆ, ਜਿੱਥੇ ਸਾਡਾ ਪ੍ਰੈਸ਼ਰ ਬਣਦਾ ਸੀ ਇਹਨਾਂ ਨੇ ਉਹ ਵੀ ਚੁਕਾਤਾ। ਸਰਕਾਰਾਂ ਨੇ ਸੌਹਾਂ ਝੂਠੀਆਂ ਖਾ ਕੇ ਵਾਅਦੇ ਕੀਤੇ, ਉਸ ਸਰਕਾਰ ਦੇ ਪ੍ਰਤੀ ਸਾਡਾ ਮੋਰਚਾ ਚੱਲਿਆ, ਉੱਥੇ ਵਜ਼ੀਰ ਉਸੇ ਸਰਕਾਰ ਦੇ ਆ ਕੇ ਉਹੀ ਫਿਰ ਦੁਬਾਰਾ ਸਹੁੰ ਖਾ ਕੇ ਮੋਰਚਾ ਚੁਕਾ ਗਏ। ਸੋ ਕਿਤੇ ਨਾ ਕਿਤੇ ਸਾਡੀ ਨਾਕਾਮੀ ਵੀ ਸਾਨੂੰ ਸਾਹਮਣੇ ਮੰਨਣੀ ਪੈਣੀ ਹੈ ਵੀ ਇਹ ਸਾਡੀ ਇਹ 'ਚ ਸਾਡਿਆਂ ਦੀ ਵੀ ਸ਼ਮੂਲੀਅਤ ਰਹੀ ਹੈ ਸਾਡੀ ਹਾਰ ਦੇ ਵਿੱਚ। ਮੈਂ ਜਾਂਦੇ ਜਾਂਦੇ ਇੱਕ ਲਾਸਟ ਪ੍ਰਸ਼ਨ ਪੁੱਛਦਾਗਾ, ਅੱਗੇ ਸੁਖਰਾਜ ਸਿੰਘ ਕੀ ਕਰੂਗਾ? ਘਰੇ ਬੈਠੂ ਚੁੱਪ ਕਰਕੇ ਕਿ ਜੰਗ ਜਾਰੀ ਰੱਖੂ? ਦੇਖੋ ਜਿੰਨੇ ਕੁ ਵਾਹਿਗੁਰੂ ਨੇ ਸਵਾਸ ਬਖਸ਼ਿਆ ਬਾਈ, ਇਹ ਤਾਂ ਨਹੀਂ ਕਹਿ ਸਕਦਾ ਵੀ ਇਹਨਾਂ ਦੀ ਨਿਆਂ ਪ੍ਰਣਾਲੀ 'ਚ ਜਾਣ ਦਾ ਮਾਣ ਉਹ ਤਾਂ ਹੈ ਨਹੀਂ ਗਾ। ਉਹ ਤਾਂ ਚਾਹੇ ਸੁਪਰੀਮ ਕੋਰਟ ਆ ਤੇ ਚਾਹੇ ਹਾਈ ਕੋਰਟ ਆ, ਇਹਨਾਂ ਤੋਂ ਵਿਸ਼ਵਾਸ ਗਿਆ ਉੱਠ ਵੀ ਇਹਨਾਂ ਤੇ ਕਹਿ ਨਹੀਂ ਸਕਦਾ ਦੁਬਾਰਾ ਜਾ ਕੇ ਵੀ ਤੁਸੀਂ ਸਾਨੂੰ ਨਿਆਂ ਦਿਓ। ਪਰ ਹਾਂ ਜਿੰਨੇ ਕੁ ਸਵਾਸ ਬਖਸ਼ਿਆ ਉਹ ਲੋਕਾਂ ਪ੍ਰਤੀ, ਉਹਨਾਂ ਪ੍ਰਤੀ ਜ਼ਰੂਰ ਜਾਊਂਗਾ ਵੀ ਜਿਹੜੇ ਪੰਜਾਬ ਦੇ ਲੋਕ ਸੁਹਿਰਦ ਆ, ਜਾਗਦੀਆਂ ਜ਼ਮੀਰਾਂ ਵਾਲੇ ਆ, ਜੇ ਮੇਰੀ ਗੱਲ ਮੰਨਣਗੇ ਤਾਂ ਮੈਂ ਉਹਨਾਂ ਨੂੰ ਜਾ ਕੇ ਪਿੰਡ ਪਿੰਡ ਇੰਨਾ ਕੁ ਜਾਗਰੂਕ ਕਰੂੰਗਾ ਵੀ ਮੇਰੇ ਕੋਲੇ ਆਹ ਦੋਸ਼ੀ ਪਾਏ ਗਏ ਆ, ਲਿਸਟ ਮੇਰੇ ਕੋਲੇ ਹੈਗੀ ਆ, ਇਹਨਾਂ ਨੇ ਗੋਲੀकांड ਕੀਤਾ, ਇਹਨਾਂ ਨੇ ਬੇਅਦਬੀ ਕੀਤੀ ਆ ਤੇ ਇਹਨਾਂ ਨੇ ਗੋਲੀकांड ਕਰਵਾਇਆ। ਸੋ ਉਹਨਾਂ ਨੂੰ ਮੈਂ ਜ਼ਰੂਰ ਜਨਤਕ ਕਰਾਂਗਾ, ਲੋਕਾਂ ਦੇ ਵਿੱਚ ਪਿੰਡ ਪਿੰਡ ਜਾ ਕੇ ਵੀ ਜ਼ਰੂਰ ਜਨਤਕ ਕਰਾਂਗਾ ਬਈ ਯਾਰ ਇਹਨਾਂ ਦਾ ਬਾਈਕਾਟ ਕਰੋ। ਅੱਜ ਮੇਰੇ ਨਾਲ ਹੋਇਆ ਕੱਲ੍ਹ ਨੂੰ ਤੁਹਾਡੇ ਨਾਲ ਹੋਊਗਾ, ਜੇ ਕੋਈ ਅੱਜ ਮੇਰੇ ਨਾਲ ਨਹੀਂ ਖੜ ਰਿਹਾ ਤੇ ਕੱਲ੍ਹ ਨੂੰ ਤੁਹਾਡੇ ਨਾਲ ਵੀ ਕਿਸੇ ਨੇ ਨਹੀਂ ਖੜਨਾ। ਜਿਹਦੇ ਵਿੱਚ ਅੱਜ ਸਾਡੇ ਇਸ਼ਟ ਦੀ ਬੇਅਦਬੀ ਹੋਈ ਆ, ਉਨੀ ਕਾਂਗਰਸ ਸਰਕਾਰ ਦੇ ਵਿੱਚ ਹੋਈ ਆ, ਉਨੀ ਅਕਾਲੀ ਦਲ ਸਰਕਾਰ ਦੇ ਵਿੱਚ ਹੋਈ ਆ।
ਇਸ ਤੋਂ ਬਾਅਦ ਪੰਜਾਬ ਦਾ ਹੋਰ ਵੀ ਘਾਣ ਹੋ ਸਕਦਾ, ਕਿਉਂਕਿ ਹੁਣ ਆਪਾਂ ਦੇਖ ਰਹੇ ਹਾਂ ਵੀ ਕਿਸਾਨ ਅੰਦੋਲਨ ਐਡਾ ਤਕੜਾ ਚੱਲ ਰਿਹਾ ਤੇ ਗੱਲ ਤਾਂ ਉੱਥੇ ਨਹੀਂ ਸੁਣੀ ਜਾ ਰਹੀ। ਤੇ ਜਦੋਂ ਪੰਜਾਬ ਦੇ ਵਿੱਚ ਉਹਨਾਂ ਦੀਆਂ ਹਦਾਇਤਾਂ ਲਾਗੂ ਹੋਣਗੀਆਂ ਤੇ ਆਪਣਾ ਰਹਿਣਾ ਹੀ ਕੁਛ ਨਹੀਂ। ਸੋ ਆਪਾਂ ਨੂੰ ਜਾਗਣਾ ਪੈਣਾ। ਸੋ ਜਾਗਣ ਲਈ ਮੈਂ ਜਿੰਨਾ ਕੁ ਆਪਣੇ ਆਪ 'ਚ ਤੁਰੂੰਗਾ ਤੇ ਜ਼ਰੂਰ ਉਹਨਾਂ ਲੋਕਾਂ ਨੂੰ ਜਾਗਰੂਕ ਕਰੂੰਗਾ ਜੀ। ਧੰਨਵਾਦ ਬਾਈ, ਤੁਸੀਂ ਸਮਾਂ ਦਿੱਤਾ ਜੀ। ਧੰਨਵਾਦ। ਸੋ ਇਹ ਸੀ ਸੁਖਰਾਜ ਸਿੰਘ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਦੇ ਸਪੁੱਤਰ ਨੇ, ਜਿਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ। ਬਹਿਬਲ ਕਲਾਂ ਗੋਲੀकांड 2015 ਦੇ ਵਿੱਚ ਵਾਪਰਦਾ। ਅੱਜ ਅਸੀਂ ਉਸੇ ਹੀ ਥਾਂ ਦੇ ਉੱਤੇ ਮੌਜੂਦ ਸੀਗੇ। ਅੱਗੇ ਵੀ ਅਸੀਂ ਹਰ ਇੱਕ ਅਪਡੇਟ ਜੋ ਇਸ ਮਾਮਲੇ ਦੇ ਨਾਲ ਜੁੜੀ ਹੋਈ ਆ ਜਾਂ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਹ ਮਾਮਲਾ ਰੁਖ ਕਰਦਾ ਗਾ, ਚਾਹੇ ਉਹ ਕੁੰਵਰ ਵਿਜੇ ਪ੍ਰਤਾਪ ਨੂੰ ਲੈ ਕੇ ਹੋਵੇ, ਚਾਹੇ ਉਹ ਮੌਜੂਦਾ ਸਰਕਾਰ ਨੂੰ ਲੈ ਕੇ ਹੋਵੇ, ਜਾਂ ਫਿਰ ਉਹ ਸਰਕਾਰ ਨੂੰ ਲੈ ਕੇ ਜਿਹਦੇ ਉੱਤੇ ਇਲਜ਼ਾਮ ਲੱਗਦੇ ਨੇ ਸੁਖਰਾਜ ਸਿੰਘ ਵੱਲੋਂ।